सफल है शिवा, सफल है शिवा, सफल है सतगुर की सेवा, सफल है शिवा, सफल है शिवा, सफल है। वाहिगुरू जी का खालसा, वाहिगुरू जी की फतेह। सत्कारयोग खालसा जीओ, ਇਹ ਪ੍ਰੋਗਰਾਮ ਗੁਰਦਾ ਮੀਰੀ ਪੀਰੀ ਸਾਹਿਬ ਦਾ ਅਸੀਂ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੁੰਦੇ ਹਾਂ ਜੀ। ਹਫ਼ਤੇ ਵਿੱਚ 2 ਵਾਰ ਸੋਮਵਾਰ ਅਤੇ ਸ਼ੁੱਕਰਵਾਰ ਤੁਸੀਂ ਇਹ ਪ੍ਰੋਗਰਾਮ MATV 711 711 ਤੇ ਦੇਖ ਸਕਦੇ ਹੋ, ਦੇਖਦੇ ਹੋ। ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਸਿੱਖ ਪੰਥ ਨਾਲ ਸੰਬੰਧ ਜਾਂ ਪੰਜਾਬ ਨਾਲ ਮਸਲਾ ਉਹ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਅਤੇ ਸੰਗਤਾਂ ਉਸ ਉੱਤੇ ਵਿਚਾਰ ਕਰਦੀਆਂ ਹਨ। MATV ਹਮੇਸ਼ਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ ਔਰ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਸੰਗਤਾਂ ਨਾਲ ਸਾਂਝ ਪਾਈ ਜਾਵੇ। ਇਹ ਪ੍ਰੋਗਰਾਮ ਤੁਸੀਂ ਹਮੇਸ਼ਾ ਹੀ MATV 711 711 ਤੇ UK, ਯੂਰਪ ਤੇ ਅਮਰੀਕਾ, ਡੈਲਸ ਡਾਇਰੈਕਟ ਦੇਖ ਸਕਦੇ ਹੋ ਔਰ ਤੁਸੀਂ ਵਿਚਾਰ ਵੀ ਆਪਣੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅੱਜ ਮੈਂ ਹਾਂ ਜਸਵੰਤ ਸਿੰਘ ਠੇਕੇਦਾਰ ਔਰ ਮੇਰੇ ਨਾਲ ਹੈ ਸਾਹਿਬ ਪਰਮਿੰਦਰ ਸਿੰਘ ਬੱਲ, ਪ੍ਰਧਾਨ ਸਿੱਖ ਫੈਡਰੇਸ਼ਨ UK। ਅਤੇ ਅਸੀਂ ਅੱਜ ਚੱਲਦੇ ਹਾਂ ਕਿ ਜਿਹੜੀਆਂ ਅਨਾਊਂਸਮੈਂਟਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਕਰ ਰਹੇ ਹਨ ਜਾਂ UP ਦੀ ਸਰਕਾਰ ਕਰ ਰਹੀ ਹੈ ਜਾਂ ਜਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਸ ਬਾਰੇ ਅਸੀਂ ਸਭ ਤੋਂ ਪਹਿਲੇ ਤੁਹਾਨੂੰ TV ਦੇ ਉੱਤੇ ਉਹਨਾਂ ਦਾ ਵੀਡੀਓ ਰਾਹੀਂ ਦੱਸਣਾ ਚਾਹੁੰਦੇ ਹਾਂ। ਵੀਡੀਓ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਲਾਨ ਸਿੱਖ ਸੰਗਤ ਦਾ ਸਨਮਾਨ ਕਰਨਾ ਅਤੇ ਦੁਨੀਆ ਨੂੰ, ਖਾਸ ਤੌਰ ਤੇ ਨੌਜਵਾਨਾਂ ਨੂੰ ਗੁਰੂਆਂ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਪਹੁੰਚਾਉਣ ਲਈ UP ਸਰਕਾਰ ਨੇ ਇਹ ਪ੍ਰਸਤਾਵ ਦਿੱਤਾ ਹੈ ਕਿ ਸਰਕਾਰ ਸਿੱਖ ਕਮਿਊਨਿਟੀ, ਜਿਸ ਵਿੱਚ ਸਾਰੇ ਸਿੱਖ ਧਰਮ ਦੇ ਨਾਲ-ਨਾਲ ਸਾਰੇ ਪਵਿੱਤਰ ਅਸਥਾਨਾਂ ਨੂੰ ਇਕੱਠਾ ਕੀਤਾ ਜਾਵੇਗਾ। ਲਖਨਊ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੁਝਾਅ ਦਿੱਤਾ ਕਿ UP ਸਰਕਾਰ ਇੱਕ ਸਿੱਖ ਮਿਊਜ਼ੀਅਮ ਅਤੇ ਰਿਸਰਚ ਸੈਂਟਰ ਆਗਰਾ ਵਿਖੇ ਬਣਾਏਗੀ, ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਲਖਨਊ ਵਿਖੇ ਬਣਨ ਵਾਲੇ ਸਿੱਖ ਅਜਾਇਬ ਘਰ ਵਿੱਚ ਸਿੱਖ ਕਲਚਰ ਹੈਰੀਟੇਜ ਦੀ ਹਿਸਟਰੀ ਨੂੰ ਸਮਰਪਿਤ ਕੀਤਾ ਜਾਵੇਗਾ। 2014 ਤੋਂ ਪਹਿਲਾਂ 18 ਲੱਖ ਸਿੱਖ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ, ਪਰ ਮੋਦੀ ਸਰਕਾਰ ਨੇ 31 ਲੱਖ ਸਿੱਖ ਵਿਦਿਆਰਥੀਆਂ ਨੂੰ ਪ੍ਰੀ ਅਤੇ ਪੋਸਟ ਮੈਟ੍ਰਿਕ ਮੈਰਿਟ ਕਮ ਮੀਨਸ ਸਕਾਲਰਸ਼ਿਪ ਦਿੱਤੀ। 10 ਲੱਖ ਲਾਭਕਾਰੀਆਂ ਨੂੰ ਸੈਲਫ ਰਿਲਾਇੰਸ ਸਕੀਮ ਅਧੀਨ ਸਿੱਖ ਨੌਜਵਾਨਾਂ ਨੂੰ ਵਿਸ਼ੇਸ਼ ਹਿੱਸਾ ਪ੍ਰਦਾਨ ਕੀਤਾ ਗਿਆ, ਜਿਵੇਂ ਕਿ ਹੁਨਰ ਹਾਟ, ਗਰੀਬ ਨਵਾਜ਼ ਰੋਜ਼ਗਾਰ ਸਕੀਮ, ਸਿੱਖੋ ਅਤੇ ਕਮਾਓ, ਨਵੀਂ ਮੰਜ਼ਿਲ, ਤਰੱਕੀ ਦੇ ਨਵੇਂ ਅਵਸਰ ਇਤਿਆਦਿ। 24% ਤੋਂ ਵਧੇਰੇ ਸੋਸ਼ਲ ਇਨਫਰਾਸਟ੍ਰਕਚਰ ਪ੍ਰਧਾਨ ਮੰਤਰੀ ਦੇ ਜਨ ਵਿਕਾਸ ਪ੍ਰੋਗਰਾਮ ਅਧੀਨ ਸਿੱਖ ਨੌਜਵਾਨਾਂ ਲਈ ਤਿਆਰ ਕੀਤੇ ਗਏ ਅਤੇ ਨਵੇਂ ਸਕੂਲਾਂ ਦੀਆਂ ਇਮਾਰਤਾਂ ਦਾ ਨਿਰਮਾਣ, ਹੋਸਟਲ, ਰੈਜ਼ੀਡੈਂਸ਼ੀਅਲ ਸਕੂਲਸ, ਸਮਾਰਟ ਕਲਾਸਰੂਮਸ, ਕਾਲਜ, ਪੋਲੀਟੈਕਨਿਕ ਮਾਰਕੀਟ, ਸ਼ੈਡਸ ਅਤੇ ਪਾਣੀ ਦੀਆਂ ਸੇਵਾਵਾਂ ਇਸ ਦੇ ਅਧੀਨ ਨੇ। ਗੁਰਦੁਆਰਿਆਂ ਨੂੰ ਰਾਹਤ ਦੇਣ ਲਈ ਮੋਦੀ ਸਰਕਾਰ ਨੇ ਇਹ ਤੈਅ ਕੀਤਾ ਕਿ ਲੰਗਰ ਵਿੱਚ ਆਉਣ ਵਾਲੀ ਸਾਰੀਆਂ ਚੀਜ਼ਾਂ ਤੇ GST, ਗੁੱਡਸ ਐਂਡ ਸਰਵਿਸ ਟੈਕਸ ਨੂੰ ਹਟਾ ਦਿੱਤਾ ਜਾਏ। ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਦੀ ਸਰਕਾਰ ਨੂੰ ਇੱਕ ਚਿੱਠੀ ਤਾਈਂ ਲੰਗਰ ਵਿੱਚ ਖਰੀਦਣ ਵਾਲੇ ਕੱਚੇ ਮਾਲ ਨੂੰ ਟੈਕਸ ਫ੍ਰੀ ਰੱਖਣ ਦੀ ਇਲਤਜਾ ਕੀਤੀ। ਭਾਰਤ ਦੇ ਸਾਰੇ ਗੁਰਦੁਆਰੇ ਹਰ ਰੋਜ਼ ਤਕਰੀਬਨ 10 ਲੱਖ ਲੋਕਾਂ ਨੂੰ ਮੁਫਤ ਲੰਗਰ ਦੀ ਸੇਵਾ ਪ੍ਰਦਾਨ ਕਰਦੇ ਹਨ। ਹਾਂਜੀ, ਤੁਸੀਂ ਇਹ ਦੇਖਿਆ ਹੀ ਹੋਵੇਗਾ ਕਿ 2014 ਤੋਂ ਪਹਿਲਾਂ ਜਿਹੜੇ ਵੀ ਸਿੱਖ ਵਿਦਿਆਰਥੀ 18 ਲੱਖ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਸੀ, ਜਿਹੜੀ ਕਿ ਮੋਦੀ ਸਰਕਾਰ ਨੇ 31 ਲੱਖ ਕਰ ਦਿੱਤੀ। ਬੜੀ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ।
ਉਸ ਦੇ ਨਾਲ ਹੀ ਪੂਰੇ ਇੰਡੀਆ ਦੇ ਸਾਰੇ ਗੁਰਦੁਆਰਿਆਂ 'ਚ ਜੋ ਲੰਗਰ ਦੇ ਵਿੱਚ ਸਮਾਨ ਆਏਗਾ ਉਹ ਸਾਰੇ ਤੋਂ ਉਹਨਾਂ ਨੇ GST ਮਾਫ ਕਰ ਦਿੱਤੀ ਹੈ। ਇਕੱਲੇ ਇੱਕ ਦਰਬਾਰ ਸਾਹਿਬ ਤੋਂ ਨਹੀਂ, ਪੂਰੇ ਇੰਡੀਆ ਦੇ ਸਮੁੱਚੇ ਗੁਰਦੁਆਰਿਆਂ ਦੇ ਵਿੱਚ। ਉਸ ਦੇ ਨਾਲ ਹੀ ਉਹਨਾਂ ਨੇ ਗੁਰੂ ਨਵਾਜ਼ ਜਿਹੜੀ ਸੰਸਥਾ ਦੇ ਅਧੀਨ ਉਹਨਾਂ ਨੇ ਬਹੁਤ ਹੈਲਪ ਕਰਨ ਦੀ ਯੋਜਨਾ ਬਣਾਈ ਆ ਔਰ ਆਗਰਾ ਵਿਖੇ ਇੱਕ ਬਹੁਤ ਤਗੜਾ ਉਹਨਾਂ ਨੇ ਮਿਊਜ਼ੀਅਮ ਬਣਾਉਣਾ। ਇਸ ਦੇ ਨਾਲ ਲਖਨਊ ਵਿੱਚ ਵੀ, ਨਾਲ ਹੀ ਯੂਪੀ ਸਰਕਾਰ ਨੇ ਸਿੱਖ ਇਤਿਹਾਸ ਉਹਨਾਂ ਨੇ ਆਪਣੇ ਬੱਚਿਆਂ ਸਟੂਡੈਂਟ ਦੇ ਸਿਲੇਬਸ ਵਿੱਚ ਲੈ ਕੇ ਆਂਦਾ ਤਾਂ ਕਿ ਸਾਰਾ ਇਤਿਹਾਸ ਬੱਚਿਆਂ ਨੂੰ ਪਤਾ ਲੱਗ ਸਕੇ ਸਿੱਖ ਇਤਿਹਾਸ ਹੈ ਕੀ, ਜਿਹੜਾ ਕਿ ਅੱਜ ਤੱਕ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਨਹੀਂ ਪੜ੍ਹਾਇਆ ਜਾ ਰਿਹਾ। ਇਹਨਾਂ ਸਾਰੀਆਂ ਸਕੀਮਾਂ ਦੇ ਅਧੀਨ ਅਜੇ ਵੀ ਜੇ ਕੋਈ ਇਹ ਕਹੇ ਵੀ ਇਹ ਇਨਫ ਨਹੀਂ ਤੇ ਉਹ ਕੋਈ ਬਹੁਤੀ ਚੰਗੀ ਗੱਲ ਨਹੀਂ। ਫਿਰ ਸਾਰੇ ਜਿੰਨੇ ਗੁਰਦੁਆਰੇ ਇਤਿਹਾਸਕ ਉਹਨਾਂ ਨੂੰ ਜੋੜਨ ਦਾ ਪਲਾਨ ਉਹਨਾਂ ਨੇ ਰੱਖਿਆ ਵਾ ਕਿ ਉਸ ਨੂੰ ਪੂਰੇ ਗੁਰੂ ਘਰਾਂ ਦੇ ਨਾਲ, ਜਿਵੇਂ ਪੰਜਾਬ 'ਚ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਸੀ, ਇਸੇ ਤਰ੍ਹਾਂ ਉਹਨਾਂ ਦੀ ਉਹ ਸਕੀਮ ਹੈ ਵੀ ਹਿੰਦੁਸਤਾਨ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਨੂੰ ਇੱਕ ਦੂਜੇ ਨਾਲ ਰੇਲਵੇ ਰਾਹੀਂ, ਬੱਸਾਂ ਰਾਹੀਂ, ਹੋਰ ਤਰੀਕਿਆਂ ਦੇ ਰਾਹੀਂ ਜੋੜਿਆ ਜਾਵੇ ਤਾਂ ਕਿ ਸਾਰੇ ਜਿਹੜੇ ਇਤਿਹਾਸਕ ਗੁਰਦੁਆਰਿਆਂ ਨੂੰ ਸਿੱਖ ਸੰਗਤਾਂ ਦੇਖ ਸਕਣ। ਕਿਉਂ ਬਲ ਸਾਹਿਬ? ਦੇਖੋ ਇਹ ਦੂਸਰੀ ਟਾਈਮ ਹੈ ਤਕਰੀਬਨ ਪਿਛਲੇ ਨਾ 2.5-3 ਸਾਲ ਦੇ ਵਿੱਚ ਹਾਂਜੀ। ਜੋ 550 ਸਾਲਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਉਦੋਂ ਆਪਣੇ ਜੇਤਲੀ ਹੁਣੀ ਸੀ ਮੇਰਾ ਫਾਈਨੈਂਸ ਮਿਨਿਸਟਰ, ਉਹਨਾਂ ਨੇ ਬੜੇ ਤਗੜੇ ਪ੍ਰੋਜੈਕਟ ਜਿਹੜੇ ਸੀ ਉਦੋਂ ਵੀ ਇਸੇ ਤਰੀਕੇ ਨਾਲ ਅਨਾਉਂਸ ਕੀਤੇ ਸੀ। ਉਹ ਮੇਰਾ ਖਿਆਲ ਇਹ ਸਰਕਾਰ ਹੈਲੋ ਹਾਂਜੀ ਹੈਲੋ ਜੀ, ਆਓ ਜੀ ਆਇਆਂ ਨੂੰ। ਕੌਣ ਸੰਭਲ? ਹੈਲੋ, ਮੈਂ ਡਾਕਟਰ ਮੁਹੰਮਦ ਬੋਲ ਰਿਹਾ। ਆਓ ਡਾਕਟਰ ਜੀ, ਕੀ ਹਾਲ ਤੁਹਾਡਾ? ਬਸ ਅੱਲਾ ਦਾ ਸ਼ੁਕਰ ਹੈ। ਤੁਹਾਡੀ ਪ੍ਰੋਗਰਾਮ ਦੇਖਦਾ ਰਹਿਣਾ, ਬੜੇ ਟੌਪੀਕਲ ਗੱਲਾਂ ਤੇ ਕਰਦੇ ਹੋ। ਹਾਂਜੀ। ਜਿਸ ਤਰ੍ਹਾਂ ਉਹ ਕਿਸਾਨਾਂ ਦਾ ਉਹ ਜਿਹੜਾ ਗਵਰਨਮੈਂਟ ਨਾਲ ਕੋਈ ਸੁਲਹ ਸਫਾਈ ਹੋ ਗਈ ਹੈ ਤੇ ਉਹਨਾਂ ਨੇ ਆਪਣਾ ਪ੍ਰੋਟੈਸਟ ਬੰਦ ਕਰਤਾ ਹੈ। ਹਾਂਜੀ। ਲੇਕਿਨ ਗਵਰਨਮੈਂਟ ਨੂੰ ਇਹ ਚਾਹੀਦਾ ਜਿੰਨੇ 750 ਬੰਦੇ ਸ਼ਹੀਦ ਹੋਏ ਨੇ ਉਹਨਾਂ ਦੀ ਕੰਪਨਸੇਸ਼ਨ ਦਿੱਤੀ ਜਾਏ। ਉਹਨਾਂ ਕਰ ਦਿੱਤਾ ਇਹ ਵੀ ਨਾਲ ਹੀ, ਜਿਹੜੇ ਉਹਨਾਂ ਤੋਂ ਕੇਸ ਵੀ ਵਾਪਸ ਲੈ ਲੈਣੇ ਆ ਜੀ, ਸਭ ਕੁਝ ਉਹਨਾਂ ਨੇ ਕਰਤਾ, ਮੁਆਵਜ਼ਾ ਵੀ ਦੇਣਗੇ। ਹੈਲੋ, ਕੇਸ ਮੈਂ ਕਿਹਾ ਉਹਨਾਂ ਨੇ ਕਰ ਦਿੱਤਾ ਵਾਪਸ ਸਾਰੇ ਪੈਸੇ ਵੀ, ਜਿਹੜਾ ਕੰਪਨਸੇਸ਼ਨ ਵੀ ਮਿਲੂਗੀ, ਸਾਰਾ ਕੁਝ ਕਰਤਾ ਸਰਕਾਰ ਨੇ ਐਲਾਨ। ਅੱਛਾ, ਇੱਕ ਹੋਰ ਮੈਂ ਗੱਲ ਕਰਨਾ ਚਾਹਨਾ। ਹਾਂਜੀ। ਅੱਜ 13 ਦਸੰਬਰ ਹੈ, 16 ਦਸੰਬਰ ਦੋ ਲਿਹਾਜ਼ ਨਾਲ ਬੜਾ ਯਾਦ ਕੀਤਾ ਜਾਂਦਾ ਹੈ। ਹਾਂਜੀ। ਚੰਦ ਸਾਲ ਪਹਿਲੇ ਪਿਸ਼ਾਵਰ 'ਚ ਇੱਕ ਫੌਜੀ ਸਕੂਲ 'ਚ ਕਾਫੀ 40-50 ਬੱਚੇ ਸ਼ਹੀਦ ਹੋਏ। ਬਹੁਤ ਮਾੜੀ ਗੱਲ ਹੋਈ। 16 ਦਸੰਬਰ ਸਨ 1971, 50 ਸਾਲ ਅੱਜ ਤੋਂ ਪਹਿਲੇ ਬੰਗਲਾਦੇਸ਼ ਬਣਿਆ ਸੀ ਜਦੋਂ ਜਨਰਲ ਅਰੋੜਾ ਤੇ ਜਨਰਲ ਨਿਆਜ਼ੀ ਨੇ ਸਰੈਂਡਰ ਦੇ ਸਾਈਨ ਕੀਤਾ ਸੀ। ਹਾਂਜੀ। ਉਹ ਵੀ 50 ਸਾਲ ਮੈਂ ਇੱਕ ਦਫਾ 2-3 ਦਫਾ ਇੰਡੀਆ ਵੀ ਗਿਆ, ਦਿੱਲੀ ਦੇ ਇੱਕ ਮਿਊਜ਼ੀਅਮ ਵਿੱਚ ਮੈਂ ਫੋਟੋ ਵੀ ਦੇਖੀ ਹੈ ਜੋ ਜਨਰਲ ਅਰੋੜਾ ਤੇ ਜਨਰਲ ਨਿਆਜ਼ੀ ਦਸਤਖਤ ਕਰ ਰਹੇ ਨੇ। ਹਾਂਜੀ। ਤੇ ਬਾਕੀ ਇਹ ਗੱਲ ਹੈ ਕਿ ਅਗਰ ਦੇਖਿਆ ਜਾਏ ਤੇ ਉਹ ਬੰਗਲਾਦੇਸ਼ ਨੂੰ ਪਹਿਲੇ ਮਸ਼ਰਕੀ ਪਾਕਿਸਤਾਨ ਕਹਿੰਦੇ ਸਨ, ਉਹ ਸਿਰਫ ਉਹ ਨਾਂ ਹੀ ਬਦਲਿਆ, ਮਸ਼ਰਕੀ ਪਾਕਿਸਤਾਨ ਦੀ ਜਗ੍ਹਾ ਉਹਨਾਂ ਨੇ ਬੰਗਲਾਦੇਸ਼ ਰੱਖਤਾ ਹੈ। ਤੇ ਉਹ ਲਿਬਰੇਸ਼ਨ ਡੇ ਮਨਾਉਂਦੇ ਨੇ, ਪਤਾ ਨਹੀਂ ਲਿਬਰੇਸ਼ਨ ਚਲੋ ਚੀਜ਼ ਦਾ ਮਨਾਉਂਦੇ ਨੇ ਆਪਣੇ ਤੌਰ ਤੇ, ਜਿਹੜਾ ਮਨਾਉਂਦਾ ਆ ਮਨਾਈ ਜਾਣ। ਹਾਂਜੀ, ਆਪਣੇ ਤੌਰ ਤੇ ਮਨਾਉਂਦੇ ਆ। 1971 ਦੇ ਵਿੱਚ ਜੇ ਉਹਨਾਂ ਨੇ ਬੰਗਲਾਦੇਸ਼ ਬਣਾ ਲਿਆ ਤੇ ਕਮਿਊਨਿਟੀਆਂ ਤੇ ਫਿਰ ਨੇੜੇ ਨੇੜੇ ਹੀ ਆ ਸਾਰੀਆਂ। ਹਾਂਜੀ, ਲੇਕਿਨ ਮੈਂ ਤੇ ਲਿਬਰੇਸ਼ਨ ਦਾ ਲਫ਼ਜ਼ ਤੇ ਹੱਕ ਚ ਨਹੀਂ ਹੈਗਾ। ਸਾਰੀਆਂ ਹੀ ਕੌਮਾਂ ਆਪੋ ਆਪਣੇ ਤੌਰ ਤੇ ਫਿਰ ਉਸ ਚੀਜ਼ ਨੂੰ ਗਿਣ ਲੈਂਦੀਆਂ ਨਾ। ਆਪਾਂ ਤੇ ਚਲੋ ਬੰਗਾਲੀ ਜਿਹੜੇ ਨੇ ਉਹ ਬੰਗਾਲੀ ਮੁਸਲਮਾਨ ਵੀ ਹੁੰਦੇ ਨੇ, ਹਿੰਦੂ ਵੀ ਹੁੰਦੇ ਨੇ। ਬਹਰਹਾਲ ਹਾਂਜੀ, ਬੜੀ ਡਿਬੇਟੇਬਲ ਗੱਲ ਹੈ। ਹਾਂਜੀ ਹਾਂਜੀ ਹਾਂਜੀ। ਓਕੇ ਜੀ, ਬਹਰਹਾਲ ਉਹ ਇੱਕ ਲੈ ਦੋ। ਠੀਕ ਹੈ ਜੀ। ਕੋਈ ਵੀ ਕਿਸੇ ਵੀ ਕੰਟਰੀ 'ਚ ਖਾਸ ਕਰਕੇ ਜੇ ਦੋ ਧਰਮਾਂ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਮਿਲ ਕੇ ਰਹਿਣਾ ਚਾਹੀਦਾ ਵਾ। ਧਰਮ ਇੱਕ ਡਿਫਰੈਂਟ ਗੱਲ ਹੈ ਤੇ ਦੇਸ਼ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਹੈ ਹਰ ਇੱਕ ਨੂੰ ਹੱਕ ਦੇਣ ਦਾ, ਉਹ ਦੂਸਰੀ ਗੱਲ ਹੈ। ਬਲ ਸਾਹਿਬ, ਹਾਂ, ਜਿੱਥੇ ਕੋਈ ਵਿਵਾਦ ਦੀ ਗੱਲ ਛਿੜ ਦਿੰਦੀ ਹੈ ਕਈ ਵਾਰੀ ਨਾ, ਉੱਥੋਂ ਫਿਰ ਵੰਡੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ। ਖੈਰ ਆਪਾਂ ਗੱਲ ਕਰਦੇ ਸੀ ਮੋਦੀ ਸਰਕਾਰ ਦੀ ਸਿੱਖਾਂ ਦੇ ਨਾਲ ਹਾਂਜੀ
ਵਰਤਾਰੇ ਦੀ ਗੱਲ ਜਾਂ ਜਿੱਦਾਂ ਹਮਦਰਦੀ ਦੀ ਗੱਲ, ਜਾਂ ਸਿੱਖਾਂ ਨੂੰ ਉਹ ਸੋਚਦੇ ਆ ਵੀ ਸਿੱਖਾਂ ਨੇ ਪਿਛਲੇ 40 ਸਾਲ ਜਿਸ ਤਰੀਕੇ ਦਾ ਸੰਤਾਪ ਹਟਾਇਆ ਤੇ ਉਹਨਾਂ ਦੁੱਖ ਦੇ ਵਿੱਚ ਉਹ ਸਾਂਝ ਜਦੋਂ ਪਾਉਂਦੇ ਆ ਤੇ ਕੋਈ ਨਾ ਕੋਈ ਉਹ ਗੱਲ ਪੋਜ਼ਿਟਿਵ ਲੈ ਕੇ ਆਉਂਦੇ ਆ। ਮੈਂ ਗੱਲ ਕਰਦਾ ਜੇਤਲੀ ਸਾਹਿਬ ਨੇ ਜਿਹੜੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ 550 ਸਾਲਾਂ ਦੀ ਕੀਤੀ ਸੀ ਗੱਲ, UK USA ਕੈਨੇਡਾ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਚੇਅਰਾਂ ਜਿਹੜੀਆਂ ਅਨਾਉਂਸ ਕੀਤੀਆਂ ਸੀ, ਉਹਨਾਂ ਦੇ ਫੰਡ ਰਿਜ਼ਰਵ ਕੀਤੇ ਆ ਔਰ ਉਹ ਕੰਮ ਤਕਰੀਬਨ ਸਰਕਾਰੀ ਤੌਰ ਤੇ ਚਾਲੂ ਆ। ਇਸੇ ਤਰ੍ਹਾਂ ਇਹ 100 ਕਰੋੜ ਦਾ ਪ੍ਰੋਜੈਕਟ ਜਿਹੜਾ ਸੀ ਸੁਲਤਾਨਪੁਰ ਲੋਧੀ ਉਹਨਾਂ ਅਨਾਉਂਸ ਕੀਤਾ ਸੀ, ਉਹ ਸਾਰੀ ਦੁਨੀਆ ਨੇ ਦੇਖਿਆ ਸਭ ਕੁਝ। ਕਰਤਾਰਪੁਰ ਦਾ ਲਾਂਘਾ ਵਿੱਚ ਆ ਜਾਂਦਾ ਆ। ਜਿਹੜੀਆਂ ਸਾਰੀਆਂ ਚੀਜ਼ਾਂ ਜਦੋਂ ਸਰਕਾਰ ਕੁਛ ਚੀਜ਼ ਕਰਦੀ ਆ ਤੇ ਸਾਨੂੰ ਮਹਿਸੂਸ ਕਰਨਾ ਚਾਹੀਦਾ ਵੀ ਜੇ ਚੰਗਾ ਹੋ ਰਿਹਾ ਤਾਂ ਉਹਨੂੰ ਅਸੀਂ ਚੰਗਾ ਕਹੀਏ। ਹੁਣ ਮੇਰਾ UP ਕੋਈ ਛੋਟੀ ਸਟੇਟ ਨਹੀਂ ਗੀ, ਬੜੀ ਤਗੜੀ ਸਟੇਟ ਹੈ ਇੰਡੀਆ ਦੀ। ਮੇਰਾ ਹਾਲੇ ਸ਼ਾਇਦ ਸਾਰੀਆਂ ਸਟੇਟਾਂ ਨੂੰ ਵੱਡੀ, ਬਹੁਤ ਵੱਡੀ ਸਟੇਟ ਹੈ ਜੀ, ਬਹੁਤ ਵੱਡੀ ਸਟੇਟ ਹੈ। ਉਹਦੀ ਪੋਲੀਟੀਕਲ ਪਾਵਰ ਬਹੁਤ ਤਗੜੀ ਆ। ਲੇਕਿਨ ਇਹ ਜੋ ਸਰਕਾਰ ਕਰਦੀ ਹੈ, ਸਰਕਾਰ ਤਕਰੀਬਨ ਸਿੱਖਾਂ ਦੇ ਕੋਈ ਖਾਸ ਦਿਨ ਤੇ ਗੁਰਪੁਰਬ ਤੇ, ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਉਹਨਾਂ ਨੇ ਸਿੱਖ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਹੈ। ਆਗਰੇ 'ਚ ਉਹਨਾਂ ਮਿਊਜ਼ੀਅਮ ਬਣਾਉਣਾ ਆ ਔਰ ਫਿਰ 18 ਲੱਖ ਤੋਂ 31 ਲੱਖ ਸਿੱਖ ਸਕਾਲਰਸ਼ਿਪ ਜਿਹੜੀ ਆ ਉਹਨਾਂ ਅਨਾਉਂਸ ਕੀਤੀ ਆ। ਫਿਰ ਹੋਰ ਉੱਥੇ ਜਿਹੜਾ ਹੈਗਾ ਵੀ ਗੁਰਸਥਾਨਾਂ ਸਾਰਿਆਂ ਨੂੰ ਜੋੜਨਾ, ਆਵਾਜਾਈ ਉਹਨਾਂ ਦੀ ਇੱਕ ਬਣਾਉਣੀ, ਉਹਦੇ ਵਿੱਚ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ, ਇਹ ਸਾਰੀਆਂ ਚੀਜ਼ਾਂ ਇੱਕ ਚੰਗੀ ਦਿਸ਼ਾ ਆ ਜਿਹਦੇ ਵਿੱਚ ਸਿੱਖਾਂ ਨੂੰ ਮੇਰਾ ਵੀ ਬੜੇ ਸੌਖੇ ਮਹਿਸੂਸ ਹੋ ਕੇ ਕਹਿਣਾ ਚਾਹੀਦਾ ਵੀ ਇਹ ਚੰਗਾ ਹੋ ਰਿਹਾ। ਕਿਉਂਕਿ ਇੱਕ ਜ਼ਿੰਮੇਵਾਰੀ ਬਣਦੀ ਆ। ਅਸੀਂ ਬਹੁਤ ਵਾਰੀ ਨੁਕਤਾਚੀਨੀ ਜੋ ਕਰਦੇ ਹਾਂ ਤੇ ਉਦੋਂ ਵੀ ਅਸੀਂ ਕਰਦੇ, ਲੇਕਿਨ ਜਦੋਂ ਕੋਈ ਚੀਜ਼ ਜਿਹੜੀ ਹੈ ਚੰਗੇ ਪਾਸੇ ਨੂੰ ਜਾਂਦੀ ਆ ਉਦੋਂ ਮੈਂ ਕਈ ਵਾਰੀ ਦੇਖਦਾ ਵੀ ਅਸੀਂ ਹੌਸਲਾ ਨਹੀਂ ਕੱਢਦੇ ਵੀ ਆਪਣੇ ਦਿਲੋਂ ਕਰਕੇ ਕਿ ਜਿਹੜੀ ਪੋਜ਼ੀਟਿਵ ਗੱਲ ਨੂੰ ਪੋਜ਼ੀਟਿਵ ਕਹਿ ਸਕੀਏ। ਅੱਜ ਕੱਲ੍ਹ ਦੀ ਦੁਨੀਆ ਜਿਹੜੀ ਆ ਗਲੋਬ ਦੇ ਉੱਤੇ ਜਿੰਨੇ ਦੋ ਲੋਕਾਂ ਦੇ ਰਿਲੇਸ਼ਨ ਜਾਂ ਮੁਲਕਾਂ ਦੇ ਆਪੋ ਵਿੱਚ ਆ ਤੇ ਉਹ ਚੰਗੇ ਮਾੜੇ ਕੰਮ ਨੂੰ ਸੋਚ ਵਿਚਾਰ ਤੇ ਉੱਤੇ ਕਮੈਂਟ ਦਿੰਦੇ ਆ ਤੇ ਲੇਕਿਨ ਸਿੱਖਾਂ ਦਾ ਦ੍ਰਿਸ਼ਟੀਕੋਣ ਜਿਹੜਾ ਇਸ ਪੱਖੋਂ ਕਿਸੇ ਚੰਗੇ ਕੰਮ ਨੂੰ ਚੰਗਾ ਕਹਿਣਾ ਔਰ ਮੇਰਾ ਹਾਲ ਵਿਚਾਰਦੇ ਰਹਿੰਦੇ ਆ ਵੀ ਕੋਈ ਹੋਰ ਕਹਿ ਜਾਵੇ। ਚਲੋ ਖੈਰ ਅਸੀਂ ਅੱਜ ਇਹ ਕਈ ਇੰਡੀਆ ਵਿੱਚ ਇੱਕ ਕਮਿਊਨਿਟੀ ਨਹੀਂ, ਉੱਥੇ ਸੈਂਕੜੇ ਕਮਿਊਨਿਟੀਆਂ ਨੇ ਸਾਰਿਆਂ ਦੇ ਨਾਲ। ਔਰ ਜੇ ਦੇਖਿਆ ਜਾਏ ਤੇ ਜੋ ਕੁਝ ਅਨਾਉਂਸਮੈਂਟਾਂ ਵੱਧ ਤੋਂ ਵੱਧ ਇਸ ਟਾਈਮ ਇਹ ਸਰਕਾਰ ਕਰ ਰਹੀ ਹੈ, ਕੋਈ ਛੋਟੀ ਗੱਲ ਨਹੀਂ ਹੈਗੀ। ਤੇ ਜਿਹੜਾ ਵੀ ਕੰਮ ਸਰਕਾਰ ਚੰਗਾ ਕਰਦਾ ਉਹਨੂੰ ਚੰਗਾ ਕਹਿਣਾ ਚਾਹੀਦਾ, ਜਿਹੜਾ ਮਾੜਾ ਕਰਦੇ ਆ ਉਹਨੂੰ ਮਾੜਾ ਕਹਿਣਾ ਚਾਹੀਦਾ। ਪਰ ਇਹ ਨਹੀਂ ਵੀ ਚੰਗੇ ਨੂੰ ਵੀ ਮਾੜਾ ਕਹੀ ਜਾਓ। ਇਸ ਤਰੀਕੇ ਨਾਲ ਉਹਨੂੰ ਮਹਿਸੂਸ ਹੀ ਨਾ ਕਰੋ। ਜਿੱਦਾਂ GST ਆ, GST ਉਦੋਂ ਅਸੀਂ ਇਸ ਚੀਜ਼ ਦਾ ਪ੍ਰੋਟੈਸਟ ਕੀਤਾ ਸੀ ਤੇ ਉਹ GST ਉਹਨਾਂ ਨੇ ਚੁੱਕ ਦਿੱਤੀ ਆ ਆਫਟਰ ਜਿਹੜੀ ਚੀਜ਼ ਜਿਹੜੀ ਆ ਸਰਕਾਰ ਮਹਿਸੂਸ ਕਰਦੀ ਹੈ ਠੀਕ ਨਹੀਂ। ਹੈਲੋ ਹਾਂਜੀ ਬੱਲ ਸਾਹਿਬ। ਹਾਂਜੀ ਆਓ ਸੁਖਿੰਦਰ ਸਿੰਘ ਜੀ, ਕੀ ਹਾਲ ਤੁਹਾਡਾ? ਕਿੱਦਾਂ ਗਿੱਲ ਸਾਹਿਬ, ਠੀਕ ਹੋ? ਵਧੀਆ ਭਾਜੀ, ਵਧੀਆ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਥੈਂਕ ਯੂ ਜੀ। ਅੱਜ ਲੇਟੈਸਟ ਤੁਹਾਨੂੰ ਲਿਆ ਕੇ ਨਿਊਜ਼ ਦਿੱਤੀ ਅੱਜ। ਨਿਊਜ਼ ਵਧੀਆ, ਨਿਊਜ਼ ਦੇ ਨਾਲ ਨਾਲ ਇੱਕ ਕੰਮ ਉਹਨਾਂ ਨੂੰ ਇਹ ਵੀ ਕਰਨਾ ਚਾਹੀਦਾ, ਜਿਹੜੀ ਮੇਨ ਜਿਹੜੀ ਚੀਜ਼ ਹੈ ਜਿਹੜੇ ਸਿੱਖ ਦੀ ਆ, ਹਾਂਜੀ, ਉਹਨਾਂ ਨੂੰ ਵੀ ਛੱਡਣਾ ਚਾਹੀਦਾ। ਕਾਫੀ ਲੰਮੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਕਰਨੀਆਂ ਚਾਹੀਦੀਆਂ। ਇੱਧਰ ਵੀ ਗੌਰ ਕਰਨਾ ਚਾਹੀਦਾ। ਜਿਹੜੇ ਸਿੱਖ ਦੀ ਆਪਣੀਆਂ ਜੇਲ੍ਹਾਂ ਕੱਢ ਚੁੱਕੇ ਆ ਉਹਨਾਂ ਨੂੰ ਵੀ। ਇਹ ਗਿੱਲ ਸਾਹਿਬ ਜਿਹੜਾ ਡੈਪੂਟੇਸ਼ਨ ਜਾਂਦਾ ਜਦੋਂ ਇਹੋ ਜਿਹੀਆਂ ਗੱਲਾਂ ਕਰਦਾ ਜਾਣਾ ਤੇ ਬਾਰ-ਬਾਰ ਚਾਹੀਦਾ ਵਾ, ਪਰ ਜਦੋਂ ਕੋਈ ਡੈਪੂਟੇਸ਼ਨ ਜਾਂਦਾ ਉਹਨੂੰ ਕਹਿ ਦਿੰਦੇ ਆ, ਕੋਈ ਕਹਿ ਦਿੰਦਾ ਮੋਦੀ, ਮਰਜ਼ੀ ਕਹੀ ਜਾਣ। ਜਿਹੜੇ ਲੋਕ ਜਿਨ੍ਹਾਂ ਨੇ ਕੱਟੀਆਂ ਨਹੀਂ ਉਹਨਾਂ ਨੂੰ ਕੀ ਪਤਾ। ਵੈਸੇ ਗਿੱਲ ਸਾਹਿਬ ਤੁਹਾਡੀ ਜਾਣਕਾਰੀ ਮੈਂ ਹਦਾਇਤ ਲਾਹੌਰੀਆ ਵੀ ਰਿਹਾ ਕਰ ਦਿੱਤਾ ਆ ਔਰ ਜਿਹੜੇ ਹੁਣ ਜਿੱਦਾਂ ਤੇ ਹੁਣ ਆਪਣੇ ਭੁੱਲਰ ਸਾਹਿਬ ਦੀ ਰਿਹਾਈ ਜਿਹੜੀ ਉਹਦੇ ਬਾਰੇ ਗੱਲਾਂ ਚੱਲਦੀਆਂ ਆ, ਇਹ ਹੋ ਜਾਣੀਆਂ। ਛੱਡਣੇ ਚਾਹੀਦੇ ਆ ਸਾਰੇ ਜਿਹੜੇ ਕੈਦੀ ਆ, ਉਹ ਰਿਹਾ ਕਰਨੇ ਚਾਹੀਦੇ ਆ। ਜਿੱਥੇ ਸਕੋਲਰਸ਼ਿਪ ਦੇਣੀ ਆ, ਜਿੱਥੇ ਹੋਰ ਗੁਰਦੁਆਰਿਆਂ ਦੀਆਂ ਜਿਹੜੀਆਂ ਮਾਰਕ ਬਣਾਉਣੇ ਆ, ਉਹ ਇੱਕ ਵੱਖਰੀ ਗੱਲ ਆ। ਪਰ ਜਿਹੜੇ ਜਿੰਦੀਆਂ ਜਾਗਦੀਆਂ ਜਾਨਾਂ ਜਿਨ੍ਹਾਂ ਨੇ ਆਪਣੀ ਇੰਨੀ ਕੁਰਬਾਨੀ ਕਰ ਚੁੱਕੀ ਆ, ਆਪਣੀ ਕੈਦਾਂ ਕੱਢ ਚੁੱਕੀਆਂ, ਉਹਨਾਂ ਨੂੰ ਵੀ ਛੱਡਣਾ ਚਾਹੀਦਾ। ਹਾਂਜੀ, ਜ਼ਰੂਰ ਛੱਡਣਾ ਚਾਹੀਦਾ ਜੀ। ਇਹ ਵੀ ਗੱਲ ਰਲ ਮਿਲ ਕੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਉਠਾਉਣੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ ਉਠਾਉਣੀ ਚਾਹੀਦੀ ਹੈ ਜੀ। ਸਭ ਤੋਂ ਵੱਡੀ ਗੱਲ ਹੈ ਇਹ ਰਹਿੰਦੀ ਆ ਔਰ ਕਈ ਦੇਰ ਤੋਂ ਇਹ ਲਮਕੀ ਵੀ ਹੋਈ ਹੈ ਗੱਲ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ, ਵੈਸੇ ਕੈਦੀਆਂ ਬਾਰੇ ਮੇਰਾ ਹਾਲ ਤਕਰੀਬਨ ਹੈਗਾ ਸਰਕਾਰ ਨੇ ਜਿਹੜਾ ਆਪਣਾ ਸਟੈਂਡ ਜਿਹੜਾ ਸਪਸ਼ਟ ਕੀਤਾ ਆ ਉਹ ਛੱਡੀ ਜਾ ਰਹੇ ਨਾਲ ਕਿਉਂਕਿ ਕੈਦੀਆਂ ਦੀ ਕਈਆਂ ਦੀਆਂ ਜੀ ਇੱਕ ਇੱਦਾਂ ਦਾ ਸਿਲਸਿਲਾ ਹੈ ਨਾ, ਉਹ ਡਿਫਰੈਂਟ ਜੁਦੀਆਂ ਜੇਲ੍ਹ ਖਾਨੇ ਜਿੱਦਾਂ ਸਟੇਟਾਂ ਦੇ ਵਿੱਚ ਹੋਣ ਕਰਕੇ ਨਾ ਉਹ ਚੀਜ਼ਾਂ ਡਿਲੇ ਹੋ ਰਹੀਆਂ ਆ। ਲੇਕਿਨ ਪਿਛਲੇ ਹਫਤੇ ਮੇਰਾ ਹਾਲ ਦਿਆਸਲ ਹੋ ਰਿਹਾ ਵੀ ਰਿਹਾ ਬਲ ਸਾਹਿਬ ਜੇ ਗੌਰਮੈਂਟ ਚਾਹੇ ਲੇਕਿਨ ਭਾਵੇਂ ਦੂਜੀਆਂ ਸਟੇਟਾਂ ਹਾਂ, ਲੇਕਿਨ ਮੇਰਾ ਹਾਲ 2-3 ਕੈਦੀਆਂ ਤੋਂ ਬਿਨਾਂ ਨਾ
ਜਦੋਂ ਆਪਾਂ 2019 ਚ ਗਏ ਸੀ, ਜਿੰਨੇ ਉਦੋਂ ਆਪਣੇ 7 ਤੋਂ 12 ਕੈਦੀ ਸੀ ਹਾਂਜੀ ਤੇ ਉਹ ਤਕਰੀਬਨ ਸਾਰੇ ਰਿਹਾ ਹੋ ਰਹੇ ਆ। ਤੇ ਜਿਹੜਾ ਹੈਗਾ ਸੀ ਆਪਣੇ ਭੁੱਲਰ ਦੇ ਖਿਲਾਫ ਇੱਕ ਹੈਗਾ ਨਾ, ਇੱਕ ਗੰਦਾ ਅੰਡਾ ਜਿਹਾ, ਉਹ ਕੀ ਬੇਟਾ ਕਹਿੰਦੇ ਦੱਸਦੇ, ਉਹ ਪਟੀਸ਼ਨ ਪਾਤੀ, ਉਹਦੀ ਪਟੀਸ਼ਨ ਖਾਰਜ ਕਰ ਦਿੱਤੀ ਅਗਲਿਆਂ ਨੇ। ਉਹ ਕਹਿੰਦੇ ਤੇਰਾ ਕੋਈ ਇਹ 'ਚ ਮਕਸਦ ਨਹੀਂ ਬਣਦਾ। ਔਰ ਨਿਊਜ਼ ਜਿਹੜੀ ਆ ਇਸ ਕਿਸਮ ਦੀ ਇਸ ਪੱਖ ਨੂੰ ਜਾ ਰਹੀ ਆ ਵੀ ਭੁੱਲਰ ਦੀ ਰਿਹਾਈ ਜਿਹੜੀ ਆ ਉਹ ਛੇਤੀ ਆਸ ਹੈ ਹੋ ਜੂਗੀ। ਪਰਮਾਤਮਾ ਕਰੇ ਜਲਦੀ ਹੋਏ ਜੀ। ਇਸ ਕਰਕੇ ਚੰਗੇ ਪੱਖ ਨੂੰ ਸਾਰੀਆਂ ਚੀਜ਼ਾਂ ਜਾ ਰਹੀਆਂ। ਗਿੱਲ ਸਾਹਿਬ ਨੇ ਸੋਹਣੀ ਗੱਲ ਕੀਤੀ ਵੀ ਜਿਹੜਾ ਵੀ ਕੋਈ ਬੰਦਾ ਰਹਿ ਗਿਆ ਨਾ ਜੇਲ੍ਹ 'ਚ, ਹਾਂਜੀ ਹੁਣ ਲਾਲਸੋਂ ਉਹ ਵੀ ਰਿਹਾ ਹੋ ਕੇ ਘਰ ਆ ਗਿਆ, ਹੋਰ ਵੀ ਕਾਫੀ ਬੰਦੇ ਆ ਗਏ ਆ। ਇੱਕ ਪਿੱਛੇ ਇੱਕ ਹੋਰ ਸੀ ਸਿੰਘ ਸੀ ਮੇਰਾ ਮੱਧ ਪ੍ਰਦੇਸ਼ ਦੀ ਜੇਲ੍ਹ 'ਚ, ਉਹ ਵੀ ਆ ਗਿਆ। ਐਸੀ ਗੱਲ ਨਹੀਂ, ਕੋਈ ਸਰਕਾਰ ਜਿਹੜੀ ਇਸ ਪੱਖੋਂ ਕਾਫੀ ਤਗੜੇ ਸਟੈਪ ਲੈ ਰਹੀ ਆ। ਸਗੋਂ ਮੇਰਾ ਵੀ ਦੂਜੇ ਪਾਸੇ ਹੈਗਾ ਵੀ ਜਿਹੜਾ ਸੱਜਣ ਕੁਮਾਰ ਸੀ ਉਹਦੇ ਇੱਕ ਹੋਰ ਕੇਸ ਦੀ ਜਿਹੜੀ ਸੀ ਪੁਸ਼ਟੀ ਹੋਈ ਆ, ਉਹਦੀ ਵੀ ਮੇਰਾ ਹਾਜੂ ਦੇ ਤੌਰ ਤੇ ਕੇਸ ਜਿਹੜਾ ਉਹਦੇ ਤੇ ਚਾਲੂ ਹੋ ਗਿਆ। ਸਰਕਾਰ ਨੇ ਕਾਫੀ ਤਕੜੇ ਸਟੈਪ ਲਏ ਆ ਹਾਂਜੀ ਉਹ ਸਿੱਖਾਂ ਦੇ ਦੁੱਖ ਨੂੰ ਮਹਿਸੂਸ ਕਰਕੇ। ਮੇਰਾ ਸਾਨੂੰ ਇਸੇ ਹਿਸਾਬ ਨਾਲ ਇਹ ਗੱਲ ਲੈਣੀ ਚਾਹੀਦੀ। ਮੈਂ ਜਿਹੜੀ ਗੱਲ ਕਰਦਾ ਸੀ ਵੀ ਸਾਨੂੰ ਜਦੋਂ ਕੋਈ ਪੋਜ਼ੀਟਿਵ ਗੱਲ ਹੁੰਦੀ ਆ ਉਦੋਂ ਖੁੱਲ੍ਹ ਕੇ ਪੋਜ਼ੀਟਿਵ ਕਰਨੀ ਚਾਹੀਦੀ ਆ। ਹਾਂਜੀ ਤੇ ਇਹ ਗੱਲਾਂ ਜਿਹੜੀਆਂ ਇਹ ਚੰਗੇ ਪਾਸੇ ਨੂੰ ਜਾ ਰਹੀਆਂ। ਹਾਂ ਔਰ ਅਸੀਂ ਇਹਨੂੰ ਮੈਨੂੰ ਚੇਤਾ ਹੈ ਤਕਰੀਬਨ 1 ਸਾਲ ਪਹਿਲਾਂ ਇੱਕ ਆਪਣੇ ਹਿੰਦੂ ਆਪਣੇ ਇਹਨਾਂ ਦੀ ਕਮਿਊਨਿਟੀ ਦੇ ਵਿੱਚੋਂ ਪਤਾ ਨਹੀਂ ਕਿਹੜਾ ਸੀ ਸ਼ਾਸਤਰੀ ਉਹ ਜਾਂ ਕੋਈ ਧਾਰਮਿਕ ਬੰਦਾ ਸੀ, ਉਹ ਕਹਿੰਦਾ ਸੀ ਵੀ ਸਿੱਖਾਂ ਦੀ ਜਿਹੜੀ ਦੇਣ ਆ ਨਾ, ਵੀ ਕਹਿੰਦਾ ਮੈਂ ਤਾਂ ਇੱਕੋ ਹੀ ਚੀਜ਼ ਜਾਣਦਾ ਵੀ ਜਿੱਥੇ ਸਿੱਖਿਆ ਜਾਂ ਸਿੱਖ ਧਰਮ ਦਾ ਪ੍ਰਚਾਰ ਹੈ ਉੱਥੇ ਸਫਾਈ ਆ। ਕਹਿੰਦਾ ਵੀ ਜਦ ਪਟਨਾ ਸਾਹਿਬ ਦਾ ਜਿਹੜਾ ਪ੍ਰੋਗਰਾਮ ਸੀ ਉੱਥੇ ਬੋਲਦਾ ਸੀ ਬੰਦਾ। ਸੋ ਇੱਦਾਂ ਕਈ ਬੰਦੇ ਜਿਹੜੇ ਚੰਗੇ ਪੋਜ਼ੀਟਿਵ ਪੱਖ ਨਾਲ ਲੈ ਰਹੇ ਆ, ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ। ਉਹ ਸਾਰੀ ਕਮਿਊਨਿਟੀ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਨਹੀਂ ਹੁੰਦੇ, ਜਿਹੜੇ ਚੰਗੇ ਬੰਦੇ ਚੰਗਿਆਂ ਦੀ ਗੱਲ ਸੁਣੋ। ਸੋ ਆਹ ਜਿਹੜੀ ਗੱਲ ਅੱਜ ਅਸੀਂ ਲਿਆਂਦੀ ਸਾਰਿਆਂ ਦੇ ਸਾਹਮਣੇ, ਮੇਰਾ ਰੋਸ਼ ਹੋ ਸਕਦਾ ਕਿਸੇ ਹੋਰ TV ਸਟੇਸ਼ਨ ਨੇ, ਕਿਉਂਕਿ ਉਹਨਾਂ ਦੇ ਆਪੋ ਆਪਣੇ ਕਿੱਤੇ ਆ, ਆਪੋ ਆਪਣੇ ਕਿੱਤੇ ਦੀਆਂ ਖਬਰਾਂ ਦੇ ਨਾਲ ਉਹ ਚੱਲਦਾ ਹੈ, ਉਹਨਾਂ ਨੂੰ ਖਬਰ ਹੋਰ ਤਰੀਕੇ ਚਾਹੀਦੀ ਆ। ਕਿਸੇ ਨੇ ਨਹੀਂ ਦਿਖਾਣੀ, ਲੇਕਿਨ ਅੱਜ ਸਾਹਮਣੇ ਸਾਰੇ ਅਸੀਂ ਡਿਬੇਟੇਬਲ ਗੱਲ ਆ, ਨਾਲੇ ਲੋਕ ਸਮਝਣ ਦੱਸਣ ਵੀ ਇਹ ਚੀਜ਼ਾਂ ਜਿਹੜੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ ਮੌਕੇ ਸਰਕਾਰ ਨੇ ਉਚੇਚੇ ਤੌਰ 'ਤੇ ਅਨਾਊਂਸ ਕੀਤੀਆਂ ਆ ਔਰ ਇਹ ਹੋ ਰਹੀਆਂ ਆ। ਨਾਲੇ ਬਲ ਸਾਹਿਬ ਜਦੋਂ ਨਾ ਜਿਹੜੀ ਗੱਲ ਉੱਥੋਂ ਆਉਂਦੀ ਆ ਜੇ ਉਹ ਹੈਗੀ ਆ ਤਾਂ ਉਹਨੂੰ ਦੱਸਣਾ ਵੀ ਚਾਹੀਦਾ। ਯੂਪੀ ਸਰਕਾਰ ਕਈ ਤਾਂ ਇਦਾਂ ਦੇ ਆ, ਉਹਨਾਂ ਨੇ ਭਾਵੇਂ ਚੰਗੀ ਵੀ ਹੋ ਰਹੀ ਆ ਮਾੜੀ ਵੀ ਹੋ ਰਹੀ ਆ। ਕਿਸੇ ਨੇ ਕਹਿ ਦੇਣਾ ਜੀ ਇਲੈਕਸ਼ਨ ਕਰਕੇ ਆ, ਕਿਸੇ ਨੇ ਕਹਿ ਦੇਣਾ ਜੀ ਹੁਣ ਡਰਿਆ ਹੋਇਆ ਵਾ, ਕਿਸੇ ਨੇ ਕੁਝ ਇਹੋ ਜਿਹੇ ਲਫ਼ਜ਼ ਵਰਤੇ ਜਾਂਦੇ। ਹੁਣ ਇਲੈਕਸ਼ਨ ਦੀ ਦੇਖੋ ਪੰਜਾਬ ਦੇ ਵਿੱਚ ਜਿੰਨੀ ਹਫੜਾ ਦਫੜੀ ਪਾਰਟੀਆਂ ਦੀ ਹੋ ਰਹੀ ਆ, ਮੇਰੇ ਕਹਿੰਦੇ ਜਿੰਨੇ ਪੈਸੇ ਉਹ ਅਨਾਊਂਸ ਕਰਦੇ ਆ, ਜਿੰਨੇ ਲਾਰਿਆਂ ਦਾ ਲੱਪਾ ਉਹ ਦੱਸ ਰਹੇ ਆ, ਉਹਨਾਂ ਮੇਰਾ ਪੰਜਾਬ ਦੇ ਕੋਲ ਤੇ ਇਸ ਕਿਸਮ ਦਾ ਫੰਡ ਵੀ ਹੈ ਨਹੀਂਗਾ, ਨਾ ਉੱਦਾਂ ਦੀ ਕੋਈ ਟੈਕਸ ਦੀ ਉਗਰਾਹੀ ਹੈਗੀ ਆ ਜਿੰਨਾ ਉਹ ਲਾਰੇ ਦੇ ਰਹੇ। ਕਾਂਗਰਸ ਵੀ ਦੇ ਰਹੀ ਆ, ਅਕਾਲੀ ਨਵੇਂ ਤੌਰ ਤੇ ਆ ਮੇਰਾ ਵੀ ਆਪਣਾ ਪਰਚਾ ਛੱਡ ਰਹੇ ਆ। ਔਰ ਉਹ ਸਾਰੇ ਦਾ ਸਾਰਾ ਜਿਹੜਾ ਝੂਠ ਆ ਉਹ ਲੋਕੀ ਸੁਣੀ ਜਾ ਰਹੇ ਆ। ਤੇ ਜਿਹੜੀ ਕੋਈ ਬਿਲਕੁਲ ਸਰਕਾਰ ਦੇ ਤੌਰ ਤੇ ਆ, ਸਰਕਾਰ ਨੇ ਅਨਾਊਂਸ ਕਰਕੇ ਸਾਰੀਆਂ ਕੀਤੀਆਂ ਵੀ ਆਹ ਸਕਾਲਰਸ਼ਿਪ ਮਿਲੂਗੀ, ਆਹ ਕੇਂਦਰ ਸਿਚੁਏਸ਼ਨ ਹੋਊਗੀ, ਆਹ ਸਿਲੇਬਸ ਹੋਣਗੇ ਸਿੱਖ ਧਰਮ ਦੇ, ਆਹ ਮਿਊਜ਼ੀਅਮ ਹੋਊਗਾ, ਸਿੱਖ ਸਰਚ ਸੈਂਟਰ ਹੋਊਗਾ। ਜਿਹੜੀਆਂ ਚੀਜ਼ਾਂ ਸਰਕਾਰੀ ਤੌਰ ਤੇ ਅਨਾਊਂਸ ਹੋ ਜਾਣੀਆਂ ਉਹ ਅਨਾਊਂਸ ਹੋ ਗਈਆਂ। ਔਰ ਉਹ ਚੀਜ਼ਾਂ ਨੂੰ ਸਾਨੂੰ ਦੇਖਣਾ ਚਾਹੀਦਾ ਜਿਹੜੀਆਂ ਉਹ, ਲੇਕਿਨ ਸਾਡਾ ਸੁਭਾਅ ਬਣ ਗਿਆ ਕਈ ਵਾਰੀ ਅਸੀਂ ਦੇਖਦੇ ਵੀ ਚੰਨੀ ਅੱਜ ਕੱਲ੍ਹ ਕੀ ਕਹਿੰਦਾ ਆ, ਉਹ ਚੰਨੀ ਕੋਲੋਂ ਹੀ ਸਾਰੀਆਂ ਚੀਜ਼ਾਂ ਚਾਹੁੰਦੇ ਆ। ਉਹ ਬਿਜਲੀ ਵੀ ਚਾਹੀਦੀ ਆ। ਹੁਣ ਕੇਜਰੀਵਾਲ ਜਾ ਕੇ ਪੰਜਾਬ ਦੇ ਵਿੱਚ ਬੜੀ ਤਗੜੀ ਗੱਪ ਮਾਰ ਆਉਂਦਾ ਆ। ਉਹਨ ਆਪਣੀ ਸਟੇਟ ਦੇ ਵਿੱਚ ਦਿੱਲੀ 'ਚ ਆਪਣੇ ਰਾਜ 'ਚ ਕੱਖ ਨਹੀਂ ਕੀਤਾ, ਉਹ ਪੱਤੇ ਉੱਥੇ ਨਹੀਂ ਦੇ ਸਕਿਆ ਜਿਹੜੇ ਪੰਜਾਬ ਜਾ ਕੇ ਸਭ ਜਵਾਜ ਦਿਖਾਲਦਾ ਫਿਰਦਾ ਆ। ਦੇਖੋ ਇਹ ਜਿਹੜੀਆਂ ਚੀਜ਼ਾਂ ਇਹ 'ਚ ਤੁਲਨਾ ਕਰਨ ਵਾਲੀ ਬਣਦੀ ਆ ਵੀ ਜਿਹੜੀਆਂ ਚੀਜ਼ਾਂ ਸਰਕਾਰ ਨੇ ਪ੍ਰੋਜੈਕਟ ਦੇ ਤੌਰ 'ਤੇ ਅਨਾਊਂਸ ਕੀਤੀਆਂ ਆ ਉਹ ਸਿੱਖਾਂ ਦੇ ਭਲੇ 'ਚ ਹੀ ਜਾਂਦੀਆਂ, ਸਿੱਖ ਉਹ ਤੋਂ ਫਾਇਦਾ ਲੈ ਰਹੇ ਆ। ਹੁਣ ਜਦੋਂ ਆ ਗੁਨਾ ਹੈਲੋ ਹਾਂਜੀ ਆਓ ਜੀ ਡਾਕਟਰ ਸਾਹਿਬ ਤੇ ਬਲ ਸਾਹਿਬ ਆਓ ਜੀ। ਜੀ ਆਇਆਂ ਨੂੰ। ਕੌਣ ਸਾ ਬੋਲਦੇ ਜੀ? ਮੱਖਣ ਸਿੰਘ ਬੋਲਦਾ। ਆਓ ਮੱਖਣ ਸਿੰਘ ਜੀ, ਜੀ ਆਇਆਂ ਨੂੰ। ਕੀ ਹਾਲ ਤੁਹਾਡਾ? ਹਾਂਜੀ ਵਧੀਆ। ਕੀ ਹਾਲ ਤੁਹਾਡੇ ਲੂਟਨ ਦਾ? ਲੂਟਨ ਠੀਕ ਠਾਕ ਹੈ, ਵਧੀਆ। ਹਾਂਜੀ ਹਾਂਜੀ। ਅੱਛਾ, ਜਿਹੜਾ ਮੋਦੀ ਸਾਹਿਬ ਨੇ ਐਲਾਨ ਕੀਤੇ ਹਾਂ ਇੰਨੇ ਸਾਰੇ, ਹਾਂਜੀ ਚਲੋ ਬਹੁਤ ਵੈਲਕਮ ਆ, ਖੁਸ਼ੀ ਦੀ ਗੱਲ ਆ। ਪਰ ਅਸਲੀ ਗੱਲ ਤਾਂ ਉਦੋਂ ਪਤਾ ਲੱਗੇ ਜਦੋਂ ਸਾਰੇ ਮਟੀਰੀਅਲਾਈਜ਼ ਹੋਏਗਾ। ਇਹ ਜਿਹੜਾ ਸਿਲੇਬਸ ਆ ਜੀ ਉਹ ਉਹਨਾਂ ਨੇ ਲਾਗੂ ਇਹ ਤੇ ਪ੍ਰੋਜੈਕਟ ਹੈ ਜਿਹੜੇ ਆਲਰੇਡੀ ਪਹਿਲਾਂ ਉਹਨਾਂ ਦੇ ਬਣੇ ਹੁੰਦੇ ਆ। ਜਿੱਦਾਂ ਪਹਿਲਾਂ ਵੀ ਮੇਰਾ ਜਿਹੜੀ ਸੈਂਟਰ ਸਰਕਾਰ ਨੇ ਜਿਹੜੀ ਚੀਜ਼ਾਂ ਅਨਾਊਂਸ ਕੀਤੀਆਂ ਹੁੰਦੀਆਂ ਨਾ ਬਲ ਸਾਹਿਬ, ਜਿਹੜਾ ਸਿਲੇਬਸ ਹੈ ਉਹਨਾਂ ਨੇ ਉਹ ਲਾਗੂ ਕਰ ਦਿੱਤਾ ਯੂਪੀ ਵਿੱਚ ਜੀ। ਜਿਹੜਾ ਬੱਚਿਆਂ ਦੇ ਸਿਲੇਬਸ ਵਿੱਚ ਉਹ ਲਾਗੂ ਕਰ ਦਿੱਤਾ ਵਾ। ਜਿਹੜੀ GST ਪੂਰੇ ਇੰਡੀਆ 'ਚ ਉਹਨਾਂ ਮਾਫ ਕਰ ਦਿੱਤੀ ਹੈ। ਇਹ ਦੋ ਚੀਜ਼ਾਂ ਲਾਗੂ ਹੋ ਚੁੱਕੀਆਂ ਨੇ।
ਚਲੋ ਵਧੀਆ। ਨੰਬਰ 3 ਜਿਹੜਾ ਉਹਨਾਂ ਨੇ ਅਜਾਇਬ ਘਰ ਬਣਾਉਣੇ ਨੇ 2, ਇੱਕ ਬਣਾਉਣਾ ਆਗਰਾ ਜਿੱਥੇ ਗੁਰੂ ਮਹਾਰਾਜ ਦਿੱਲੀ ਨੂੰ ਜਾਣ ਲੱਗੇ ਠਹਿਰੇ ਸੀ ਜੀ। ਇੱਕ ਲਖਨਊ, ਅੱਛਾ। ਉੱਥੇ ਫਿਰ ਉਹ ਮਿਊਜ਼ੀਅਮ ਵੀ ਬਣਾਉਣਗੇ। ਪਰ ਹੁਣ ਸਿਲੇਬਸ ਤਾਂ ਲਾਗੂ ਕਰ ਦਿੱਤਾ, ਪਰ ਉਹ ਸਿਲੇਬਸ ਨੂੰ ਜਿਨ੍ਹਾਂ ਨੇ ਤਿਆਰ ਕੀਤਾ ਉਹ ਵੀ ਸਿੱਖੀ ਤੋਂ ਜਾਣੂ ਹੋਣੇ ਚਾਹੀਦੇ ਆ। ਨਹੀਂ ਤਾਂ ਉਹ ਤਾਂ ਸਿੱਖੀ ਇਹ ਤਾਂ ਹੁਣ ਸਿੱਖਾਂ ਦਾ ਵੀ ਭਾਜੀ ਸਾਹਿਬ ਮੱਖਣ ਸਾਹਿਬ ਜੀ ਫਰਜ਼ ਬਣਦਾ ਨਾ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਮੇਟੀ ਬਣਾ ਕੇ ਚੈੱਕ ਕਰ ਲਏ ਜਾ ਕੇ, ਜੇ ਉੱਥੇ ਕੋਈ ਕਮੀ ਪੇਸ਼ੀ ਆ ਤੇ ਉਹ ਕਹਿੰਦੇ ਇਹਨੂੰ ਆ ਇਦਾਂ ਨਹੀਂ ਇਦਾਂ ਕਰ ਲਓ, ਪਰ ਜਦੋਂ ਸ਼੍ਰੋਮਣੀ ਕਮੇਟੀ ਨੇ ਦਖਲ ਹੀ ਨਹੀਂ ਦੇਣਾ ਤੇ ਉਹ ਸਗੋਂ ਗਲਤ ਗੱਲਾਂ ਕਰਦੇ, ਉਹਦਾ ਕੌਣ ਜ਼ਿੰਮੇਵਾਰ ਕੌਣ ਆ? ਸ਼੍ਰੋਮਣੀ ਕਮੇਟੀ ਤੋਂ ਸਾਨੂੰ ਆਸ ਵੀ ਨਹੀਂ ਰੱਖਣੀ ਨਹੀਂ। ਚਲੋ ਸਿੱਖ ਸਕਾਲਰ ਉਹਨਾਂ ਕੋਲ ਵੈਸੇ ਜਿਹੜੇ ਸੈਂਟਰ ਦੇ ਵਿੱਚ ਆ ਨਾ ਪੰਜਾਬੋਂ ਬਾਹਰ ਸਿੱਖ ਸਕਾਲਰ ਉਹਨਾਂ ਕੋਲ ਬਥੇਰੇ ਆ। ਹਾਂ ਜਿਹੜੀ ਕੋਈ ਗੱਲ ਸਾਡੀ ਨਿਗਾਹ 'ਚ ਆਉਣ ਦੇ ਸਮੇਂ 'ਚ ਆਊਗੀ, ਸਿੱਖ ਤੇ ਹਮੇਸ਼ਾ ਦੇਖਦੇ ਰਹਿੰਦੇ ਨਾ, ਅਸੀਂ ਕੋਈ ਗੱਲ ਨਹੀਂ ਗੀ। ਪਰ ਇਹ ਬਹੁਤ ਜ਼ਰੂਰੀ ਹੈ। ਆਪਾਂ ਮਹਿਸੂਸ ਇਹ ਕਰਦੇ ਵੀ ਹੈਗਾ ਤੇ ਸਿੱਖਾਂ ਨਾਲ ਸੰਬੰਧਿਤ ਆ ਨਾ। ਹਾਂਜੀ ਹਾਂ ਗੱਲ ਤੇ ਆ ਨਾ ਵੀ ਰੰਗਤ ਹੋਰ ਨਾ ਦਿੱਤੀ ਜਾਵੇ ਨਾ, ਰੰਗਤ ਜਿਹੜੀ ਆ ਜਦੋਂ ਚੀਜ਼ ਕੋਈ ਨਿਕਲੂਗੀ ਉਸ ਹਿਸਾਬ ਦੇ ਨਾਲ। ਹੁਣ ਗੁਰੂ ਨਾਨਕ ਚੇਅਰ ਜਿਹੜੀ ਇੱਥੇ ਯੂਕੇ ਸਥਾਪਿਤ ਹੋਣੀ ਆ ਮੇਰਾ ਸ਼ਾਇਦ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ, ਤੇ ਉਹਦੇ ਫੰਡ ਜਿਹੜੇ ਉਹਨਾਂ ਰਿਲੀਜ਼ ਕਰ ਦਿੱਤੇ ਆ ਤੇ ਉਹ ਤਕਰੀਬਨ 5 ਸਾਲ ਦਾ ਸਮੇਂ ਦੇ ਵਿੱਚ ਸਥਾਪਿਤ ਹੋਣੀ ਆ। ਦੂਸਰੀ ਗੱਲ ਕੀਤੀ ਸੀ ਜਿਹੜੇ ਕੈਦੀ ਰਿਹਾਈ ਜਿਹੜਾ ਆਪਣੀ ਸਜ਼ਾ ਭੁਗਤ ਚੁੱਕੇ ਆ, ਉਹਨਾਂ ਨੂੰ ਸਿਰਫ ਛੱਡਣਾ ਨਹੀਂ ਚਾਹੀਦਾ, ਉਹਨਾਂ ਨੂੰ ਬੜਾ ਤਕੜਾ ਮੁਆਵਜ਼ਾ ਦੇਣਾ ਚਾਹੀਦਾ ਆ, ਮਿਲਣਾ ਚਾਹੀਦਾ, ਕਿਉਂਕਿ ਇੰਨੀ ਜੇਲ੍ਹ ਦੀ ਆਪਣਾ ਟਾਈਮ ਉੱਥੇ ਬਤੀਤ ਕੀਤਾ। ਭਾਜੀ ਮੁਆਵਜ਼ਾ ਤਾਂ ਕਿਸੇ ਨੇ ਨਾ ਮੰਗਿਆ ਅੱਜ ਤੱਕ, ਨਾ ਉਹਨਾਂ ਨੇ ਆਪ ਹੀ ਮੰਗਿਆ। ਤੇ ਮੁਆਵਜ਼ਾ ਉਹਦਾ ਹੁੰਦਾ ਵਾ, ਦੇਖੋ ਮੇਰੀ ਗੱਲ ਸੁਣੋ, ਮੁਆਵਜ਼ਾ ਉਸ ਚੀਜ਼ ਦਾ ਹੁੰਦਾ ਵਾ ਜੇ ਕੋਈ ਇਨੋਸੈਂਟ ਬੰਦਾ ਫੜਿਆ ਜਾਏ। ਅਸੀਂ ਮੰਨਦੇ ਆ ਉਹਨਾਂ ਨੇ ਸਿੱਖ ਪੰਥ ਦੀ ਸੇਵਾ ਕੀਤੀ, ਅਸੀਂ ਸੇਵਾ ਮੰਨਦੇ ਆ ਔਰ ਉਹ ਉਹਨੂੰ ਗੁਨਾਹ ਮੰਨਦੇ ਨੇ। ਨਹੀਂ ਉਹ ਤਾਂ ਗੁਨਾਹ ਮੰਨਦੇ, ਪਰ ਉਹਨੀ ਗੁਨਾਹ ਦੀ ਆਪਣੀ ਸਜ਼ਾ ਪੂਰੀ ਕਰ ਲਈ ਆ ਤੇ ਫਿਰ ਮੁਆਵਜ਼ਾ ਕਾਹਦਾ? ਮੁਆਵਜ਼ਾ ਦੇ 5 ਜਿਹੜਾ ਐਕਸਟਰਾ ਟਾਈਮ ਬਤੀਤ ਕੀਤਾ ਜੇਲ੍ਹ ਵਿੱਚ, ਉਹਦਾ ਮੁਆਵਜ਼ਾ ਹੈ ਨਹੀਂ। ਇਹ ਤੇ ਜਿਹੜਾ ਮੁਆਵਜ਼ਾ ਹੁੰਦਾ ਨਾ ਇਦਾਂ ਦਾ, ਉਹ ਇੰਡੀਵਿਜੂਅਲੀ ਲੋਕ ਕਰ ਸਕਦੇ, ਕੋਰਟ 'ਚ ਅਪੀਲ ਕਰ ਸਕਦੇ ਆ, ਉਹ 'ਚ ਕੇਸ ਕਰ ਸਕਦੇ ਨੇ। ਇਹ ਤਾਂ ਠੇਕੇਦਾਰ ਸਾਹਿਬ ਇਹ ਗੱਲ ਨਹੀਂ ਹੈ, ਇਹ ਤਾਂ ਗਵਰਨਮੈਂਟ ਆਪਣੇ ਆਪ ਦੇਣਾ ਚਾਹੀਦਾ ਕਿ ਉਹ ਸਜ਼ਾ ਪੂਰੀ ਕਰ। ਅੱਛਾ ਮੱਖਣ ਸਿੰਘ ਜੀ ਪਤਾ ਗੱਲ ਕੀ ਹੈ, ਜਿਹੜੀ ਕੈਦ ਆ ਨਾ ਜੀ, ਕੈਦ ਦੀ ਵੀ ਵਰਸ਼ਨ ਇਹ ਹੁੰਦਾ, ਇੱਕ ਲਾਈਫ ਹੁੰਦੀ ਆ ਜਿਹੜੀ ਲਾਈਫ ਦੇ ਤੌਰ ਤੇ ਜਿਹਨੂੰ ਆਪਾਂ ਕਹਿੰਦੇ ਆ 14-15 ਸਾਲ ਦੀ, 16 ਸਾਲ ਦਾ ਜੀ। ਇੱਕ ਹੁੰਦੀ ਆ ਲਾਈਫ ਇਜ਼ ਲਾਈਫ। ਸਾਰੇ ਕੈਦੀ ਮੇਰੀ ਗੱਲ ਸੁਣੋ, ਅਸੀਂ ਗਏ ਨਾ ਜਦੋਂ ਸਾਰਾ ਕੱਲੇ ਕੈਦੀ ਦੀਆਂ ਅਸੀਂ ਕਈ ਵਾਰੀਆਂ ਜਿਹੜੀਆਂ ਉਹਨਾਂ ਦੇ ਆਪਣੇ ਜਿਹੜੇ ਉਹਦੀ ਸ਼ੀਟਿੰਗ ਦੇ ਤੌਰ ਤੇ ਅਸੀਂ ਦੇਖਿਆ, ਤੇ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਸਾਰਿਆਂ ਦੀਆਂ ਵੱਖਰੀਆਂ ਆ। ਜਿਨ੍ਹਾਂ ਦੀ ਕਹਿੰਦਾ ਲਾਈਫ। ਅੱਛਾ ਮੈਂ ਤਾਂ ਗੱਲ ਕਰਦਾ, ਨਹੀਂ ਮੈਂ ਤਾਂ ਗੱਲ ਕੀਤੀ ਵੀ ਜਿਹੜੇ ਅਸੀਂ ਬਾਹਰ ਬੈਠੇ ਆ ਨਾ ਲੋਕ, ਅਸੀਂ ਉਮਰ ਕੈਦ ਨੂੰ ਉਮਰ ਕੈਦ ਹੀ ਗਿਣਦੇ ਆ ਵੀ ਉਹਦੀ ਉਮਰ ਕੈਦ ਜਿਹੜੀ 14-16 ਸਾਲ ਦੀ ਆ। ਪਰ ਜਿਹੜੀਆਂ ਸਜ਼ਾਵਾਂ ਦੇ ਵਿੱਚ ਉਹ ਕਈਆਂ ਦੀ ਲਿਖਤਾਂ ਆ, ਉਹਦੇ ਵਿੱਚ ਉਹਨਾਂ ਨੇ ਉਮਰ ਕੈਦ ਇਜ਼ ਉਮਰ ਕੈਦ, ਵੀ ਉਹ ਕਦੇ ਵੀ ਛੱਡੇ ਨਹੀਂ ਜਾ ਸਕਦੇ। ਇੱਥੇ ਵੀ ਇਦਾਂ ਹੀ ਕਾਨੂੰਨ ਆ। ਉਹ ਨਹੀਂ ਛੱਡੀ ਸਕਦਾ ਉਹਨਾਂ ਦੀ ਗੱਲ ਤਾਂ ਫਿਰ ਮੈਂ ਕਰਦਾ ਹੀ ਨਹੀਂ ਹੈਗਾ। ਮੈਂ ਤਾਂ ਨਹੀਂ ਉਹ ਪਰ ਮੈਂ ਤਾਂ ਗੱਲ ਦਾ ਆਪਾਂ ਨਾਂ ਨਹੀਂ ਲੈ ਰਹੇ ਕਿਸੇ ਦਾ, ਲੇਕਿਨ ਉਹ ਬੰਦੇ ਛੱਡੇ ਜਾ ਰਹੇ ਆ ਜਿਨ੍ਹਾਂ ਬਾਰੇ ਵਾਕਈ ਕਿਹਾ ਗਿਆ ਵੀ ਸਾਰੀ ਉਮਰ ਨਹੀਂ ਸੀ ਛੱਡੇ ਜਾਣੇ। ਉੱਥੇ ਵੀ ਗਲਤ ਹੈ ਸਰਕਾਰ। ਨਹੀਂ ਗਲਤ ਨਹੀਂ, ਇਹ ਹੁੰਦਾ ਜਿਹੜਾ ਆਪਾਂ ਡਿਬੇਟ ਹੋਰ ਕਿਸੇ ਪਾਸੇ ਨੂੰ ਜਾ ਰਹੇ। ਜਿਹੜੇ ਜੱਜਾਂ ਦੇ ਪੈਨਲ ਹੁੰਦੇ ਆ ਨਾ, ਉਹਨਾਂ ਕੋਲ ਹੱਕ ਬਣਦਾ ਆ ਵੀ ਕੁਝ ਸਾਲਾਂ ਬਾਅਦ ਉਹ ਰੀਡ ਕਰਦੇ ਆ ਵੀ ਇਹ ਬੰਦਾ ਛੱਡ ਦਈਏ, ਰਿਵਿਊ ਕਰਦੇ ਵੀ ਛੱਡ ਦਈਏ ਜਾਂ ਨਾ ਛੱਡ ਦਈਏ। ਉਸੇ ਆਧਾਰ ਤੇ ਸਰਕਾਰਾਂ ਵੀ ਦਖਲ ਦੇ ਦਿੰਦੀਆਂ ਵੀ ਇਹ ਹੁਣ ਛੱਡ ਦਿਓ। ਜੇ ਸਿੱਖ ਪਿੰਡੀ ਸਾਰੀ ਇੰਨੇ ਸਾਲਾਂ ਦਾ ਪ੍ਰੈਸ਼ਰ ਪਾਉਣ ਡਈ ਆ ਤੇ ਸਰਕਾਰ ਤੇ ਵੀ ਕੋਈ ਮਾੜਾ ਮੋਟਾ, ਹੁਣ ਤੁਸੀਂ ਜਿਹੜੀ ਗੱਲ ਕਰਦੇ ਤੁਹਾਡਾ ਅਸਰ ਤੇ ਕਿਤੇ ਨਾ ਕਿਤੇ ਹੁੰਦਾ ਹੀ ਆ ਨਾ। ਇਸ ਕਰਕੇ ਕਾਫੀ ਸਾਲਾਂ ਤੋਂ ਡਿਬੇਟ ਚੱਲਦੀ ਸੀ ਸਿੱਖਾਂ ਦੇ ਤੌਰ ਤੇ ਵੀ ਉਹ ਛੱਡੇ ਜਾਣ, ਚਾਹੇ ਉਹ ਸਾਰੀ ਉਮਰ ਵਾਸਤੇ ਕੈਦ ਆ, ਉਹ ਛੱਡੇ ਜਾਣ। ਪਰ ਹਰ ਸਿੱਖ ਚਾਹੁੰਦਾ ਉਹਨਾਂ ਦੀ ਰਿਹਾਈ, ਕੋਈ ਇਹੋ ਜਿਹਾ ਸਿੱਖ ਨਹੀਂ ਜਿਹੜਾ ਨਹੀਂ ਚਾਹੁੰਦਾ। ਹੁਣ ਜੇ ਦੇਖਿਆ ਜਾ ਵੀ ਆਪਣੇ ਕੁੱਕੀ ਤੇ ਸੁੱਖੀ ਜਿਹੜੇ ਸੀ ਉਹ 10 ਸਾਲ ਤੋਂ ਪਹਿਲਾਂ ਅਮਰੀਕਾ 'ਚ ਰਹੇ ਕੈਦ, ਮੁੜ ਕੇ ਫੇਰ ਆ ਕੇ ਉੱਥੇ ਕੈਦ ਕਰ ਦਿੱਤੇ ਗਏ, ਬਲਕਿ ਬਾਅਦ ਸਰਕਾਰ ਨੂੰ ਛੱਡਣੇ ਪਏ ਨਾ। ਲੇਕਿਨ ਫਿਰ ਅਮਰੀਕਾ ਨੇ 10 ਸਾਲ ਕੱਲ੍ਹ ਹੀ ਕਿਉਂ ਬੰਨੇ ਸੀ? 10 ਤੋਂ 12 ਸਾਲ ਆ। ਸਰਕਾਰਾਂ ਸਾਰੀਆਂ ਕਰਦੀਆਂ, ਲੇਕਿਨ ਆਪਾਂ ਨੂੰ ਉਸ ਹਿਸਾਬ ਨਾਲ, ਕਿਉਂਕਿ ਅਸੀਂ ਇਸ ਚੀਜ਼ ਦਾ ਪਾਰਟ ਵੀ ਰਹੇ ਹਾਂ, ਅਸੀਂ ਨਹੀਂ ਗੱਲ ਕੋਈ। ਤੇ ਇਸ ਕਰਕੇ ਚਲੋ ਜਿੱਦਾਂ ਆਪਣੀ ਕੰਪੇਨ ਚੱਲਦੀ ਆ, ਮੈਂ ਤਾਂ ਗੱਲ ਕਰਦਾ ਵੀ ਜਦੋਂ ਹੁਣ ਤੁਸੀਂ ਸਿਆਣੇ ਆ, ਤੁਸੀਂ ਹਮੇਸ਼ਾ ਕਾਲ ਕਰਦੇ ਆ, ਜਿਹੜੀ ਚੰਗੀ ਦਿਸ਼ਾ ਨੂੰ ਕੋਈ ਗੱਲ ਜਾਂਦੀ ਹੋਵੇ ਨਾ,
ਹਾਂਜੀ ਉਹ ਸਾਨੂੰ ਚੰਗੀ ਦਿਸ਼ਾ ਲੈਣੀ ਚਾਹੀਦੀ ਹੈ। ਵੈਸੇ ਅਸੀਂ ਤੁਸੀਂ ਕੰਡੈਮ ਅਸੀਂ ਬੜੀ ਤਕੜੀ ਕਰਦੇ, ਸਾਡੀ ਕੰਪੇਨ ਕੰਡੈਮ ਕਰਨ ਨੂੰ ਬਹੁਤ ਤਕੜੀ ਆ। ਹਾਂਜੀ ਹਾਂਜੀ ਮੇਰੇ ਖਿਆਲ ਅਸੀਂ ਕਿਸੇ ਨੂੰ ਘੱਟ ਨਹੀਂ ਗਏ, ਲੇਕਿਨ ਜਦੋਂ ਕਿਸੇ ਪਾਸੇ ਹੁਣ ਬੰਦਾ ਆਫਟਰ ਮੈਂ ਜਾਤੀ ਤੌਰ ਤੇ ਲਾਲ ਸਿੰਘ ਨੂੰ ਜਾਣਦਾ ਆ, ਲੇਕਿਨ ਜਦੋਂ ਉਹ ਬੰਦਾ ਘਰ ਜਾਂਦਾ ਸਾਡਾ ਮਨ ਖੁਸ਼ ਹੁੰਦਾ ਆ। ਹਾਂਜੀ ਹਾਂਜੀ ਸਮਝੇ ਕਿ ਨਹੀਂ? ਹਾਂਜੀ ਇਸ ਕਰਕੇ ਇਕੱਲੇ ਇਕੱਲੇ ਕੇਸ ਜਿਹੜੇ ਡਿਫਰੈਂਟ ਆ ਉਸ ਹਿਸਾਬ ਦੀ ਕੈਟੇਗਰੀ ਦੇ ਹਿਸਾਬ ਨਾਲ ਡੀਲ ਕੀਤੇ ਜਾਂਦੇ ਆ। ਬਾਕੀ ਤੁਹਾਡੇ ਸਾਡੇ ਜਿਹੜਾ ਤੁਸੀਂ ਸਹਿਯੋਗ ਦਿੰਦੇ ਬਾਹਰੋਂ ਬੈਠੇ ਕੋਈ ਨਾ ਕੋਈ ਕੰਪੇਨ ਕਰਦੇ ਆ ਸਹੀ ਤਰੀਕੇ ਨਾਲ, ਉਹਦਾ ਅਸਰ ਹੁੰਦਾ ਕਿਸੇ ਨਾ ਕਿਸੇ ਹੱਦ ਤੱਕ। ਹਾਂ ਹੁੰਦਾ ਅਸਰ। ਹਾਂਜੀ ਬਾਕੀ ਸਰਕਾਰਾਂ ਦੀ ਨੀਤੀ ਹੁੰਦੀ ਆ ਕਿਸੇ ਵੇਲੇ ਪੋਲੀਟੀਕਲੀ, ਪਰ ਯੂਪੀ ਸਰਕਾਰ ਜਿਹੜੀ ਉਹਦੇ ਤਕੜੇ ਸਟੈਂਡ ਅੱਗੇ ਵੀ ਇੱਦਾਂ ਲਏ ਉਹਨਾਂ ਨੇ, ਹਾਂਜੀ ਹਾਂਜੀ ਕਿਉਂਕਿ ਲੋਕ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਮੱਖਰ ਸਿੰਘ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਹਰ ਸਿੱਖ ਨੂੰ ਅਰਦਾਸ ਵੀ ਕਰਨੀ ਚਾਹੀਦੀ ਹੈ ਕਿ ਜਿਹੜਾ ਵੀ ਸਾਡਾ ਕੋਈ ਭੈਣ ਭਰਾ ਇਸ ਟਾਈਮ ਜੇਲ੍ਹਾਂ ਦੇ ਅੰਦਰ ਹੈ, ਉਹ ਕੋਈ ਵੀ ਹੁਣ ਨਾ ਰਹੇ। ਜਿਨ੍ਹਾਂ ਨੇ ਖਾਸ ਕਰਕੇ ਕੈਦਾਂ ਕੱਟ ਲੀਆਂ ਉਹਨਾਂ ਨੂੰ ਹੋਰ ਅੰਦਰ ਸਰਕਾਰ ਨੂੰ ਨਹੀਂ ਰੱਖਣਾ ਚਾਹੀਦਾ। ਇਹ ਡੈਪੂਟੇਸ਼ਨ ਵੀ ਬਾਹਰੋਂ ਜਾਂਦੇ ਰਹਿਣੇ ਚਾਹੀਦੇ ਆ। ਤੇ ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सेवा सफल है, सफल है, सफल है सेवा, सफल है, सफल है, सफल है सेवा, सफल है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਨੇ ਇੱਕ ਲੈਟਰ ਰਿਲੀਜ਼ ਕੀਤੀ ਹੈ, ਜਿਹੜੀ ਕਿ 9 ਦਸੰਬਰ ਨੂੰ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖੀ ਹੈ। ਆ ਤੁਸੀਂ ਲੈਟਰ ਦੇਖ ਲਓ, ਤੁਸੀਂ ਪੜ੍ਹ ਵੀ ਸਕਦੇ ਹੋ। ਇਹ ਲੈਟਰ 9/12/2021 ਨੂੰ ਰਿਲੀਜ਼ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕ ਵੱਲੋਂ ਜ਼ਬਾਨੀ ਦਿੱਤੇ ਆਦੇਸ਼, ਜਿਹੜਾ ਪ੍ਰਧਾਨ ਆ ਉਹਨੇ ਜ਼ਬਾਨੀ ਆਦੇਸ਼ ਦਿੱਤੇ ਆ ਜਨਰਲ ਸੈਕਟਰੀ ਨੂੰ। ਅੱਗੇ ਜਨਰਲ ਸੈਕਟਰੀ ਨੇ ਇਹ ਲੈਟਰ ਜਿਹੜੀ ਆ ਸਾਰੇ ਇੰਡੀਆ ਵਿੱਚ, ਬਾਹਰ ਦੇ ਦੇਸ਼ਾਂ ਵਿੱਚ ਸਾਰੇ ਇਹ ਲੈਟਰ ਭੇਜੀ ਆ। ਔਰ ਇਸ ਵਿੱਚ ਕਿਹਾ ਗਿਆ ਵਾ ਕਿ ਗੁਰੂ ਘਰਾਂ ਦੇ ਵਿੱਚ 2 ਹਫ਼ਤੇ ਕੋਈ ਮਠਿਆਈ, ਕੋਈ ਮਿੱਠੇ ਵਾਲੀ ਚੀਜ਼। ਹੈਲੋ ਹੈਲੋ ਹਾਂਜੀ, ਕੌਣ ਬੋਲ ਰਿਹਾ ਜੀ? ਜੀ? ਹਾਂਜੀ, ਉਹ ਬੋਲਦੇ ਪਏ ਆ, ਮੈਂ ਸ਼ੁਰੂ ਕਰ ਲਾਂ ਆਪਣੀ ਹਾਂ ਗੱਲ? ਕਰੋ ਜੀ, ਕਰੋ ਜੀ। ਅੱਛਾ ਜੀ, ਹਾਂਜੀ ਹਾਂਜੀ, ਨਮਸਕਾਰ ਜੀ। ਹਾਂਜੀ ਨਮਸਕਾਰ ਜੀ, ਨਮਸਕਾਰ ਦੱਸੋ। ਜੀ, ਮੈਂ ਇਹ ਗੱਲ ਕਹਿਣਾ ਚਾਹਨੀ ਆ ਹਾਂਜੀ, ਭਈ ਰਿਕੁਐਸਟ ਹੈ ਮੇਰੀ। ਨਹੀਂ ਕੋਈ ਗੱਲ ਨਹੀਂ ਭੈਣ ਜੀ, ਤੁਸੀਂ ਖੁੱਲ੍ਹ ਕੇ ਤੁਸੀਂ ਗੱਲ ਕਰੋ। ਕਰੋ, ਤੁਸੀਂ ਕਾਲ ਤੁਹਾਡੀ। ਇੰਡੀਆ ਦੇ ਵਿੱਚ ਗੁਰਦੁਆਰੇ ਨੇ, ਹਾਂਜੀ ਕੱਲ ਕੋਈ ਕਹਿ ਰਿਹਾ ਸੀ ਕਿਸੇ ਹੋਰ ਚੈਨਲ 'ਚ, ਮੈਨੂੰ ਯਾਦ ਨਹੀਂ, ਕਿ ਸਭ ਜਗ੍ਹਾ ਲੰਗਰ ਦਿੱਤਾ ਜਾਂਦਾ ਹੈ। ਸਾਡਾ ਦੇਸ਼ ਬੜਾ ਗਰੀਬ ਹੈ, 3rd ਵਰਲਡ ਕੰਟਰੀ ਹੈ, ਹਾਂਜੀ। ਉੱਥੇ ਰਾਸ਼ਨ ਨਹੀਂ ਮਿਲਦਾ। ਤੁਸੀਂ ਅਗਰ ਇਹ ਇੰਗਲੈਂਡ ਦੇ ਜਿਹੜੇ ਕਾਲਰ ਨੇ, ਜਿਹੜੇ ਇਹ ਅਗਰ ਇਹ ਸਾਰੇ ਪੈਸੇ ਇਕੱਠੇ ਕਰਕੇ ਮੈਨੂੰ ਵੀ ਮਿਲਾ ਲਓ, ਤੇ ਅਸੀਂ ਅਗਰ ਜਿਹੜੇ ਗੁਰਦੁਆਰਿਆਂ 'ਚ ਲੰਗਰ ਨਹੀਂ ਲੱਗਦਾ ਉੱਥੇ ਲੱਗਣਾ ਚਾਹੀਦਾ। ਯੂ ਮਸਟ ਰਿਮੈਂਬਰ ਕਿ ਮੋਦੀ ਇਹ ਕਰਿਆ ਕਿ ਸਾਡਾ ਕੰਟਰੀ ਗਰੀਬ ਕੰਟਰੀ ਹੈ। ਮੈਂ ਇਹ ਚਾਹੁੰਦੀ ਹਾਂ ਕਿ ਇੰਗਲੈਂਡ ਵਿੱਚ ਮੈਂ ਵੀ ਖਾਂਦੀ ਹਾਂ ਰੋਟੀ, ਲੇਕਿਨ ਜ਼ਰੂਰੀ ਨਹੀਂ ਹੈ ਮੇਰੇ ਘਰ ਹੁੰਦੀ ਹੈ, ਲੇਕਿਨ ਇੰਡੀਆ 'ਚ ਲੰਗਰ ਲੱਗਣਾ ਬਹੁਤ ਜ਼ਰੂਰੀ ਭੈਣ ਜੀ ਹੈ। ਕਿਸੇ ਗੁਰਦੁਆਰੇ ਲੰਗਰ ਨਹੀਂ ਲੱਗਦਾ ਉੱਥੇ? ਨਹੀਂ, ਕਈ ਗੁਰਦੁਆਰਾ 'ਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕੋਈ ਹਾਂਜੀ। ਨਹੀਂ। ਯੂ ਸ਼ੁਡ ਹੈਵ ਨੋਨ। ਮੈਂ ਨਾ ਮੈਟਰੋ ਗਈ ਤੇ ਮੈਂ ਹਾਊਸ ਕਾਸ ਉਤਰਨਾ ਸੀ, ਤੇ ਮੇਰਾ ਮੈਟਰੋ ਦੇ ਵਿੱਚ ਹੈਂਡ ਬੈਗ ਖੋਹ ਲਿਆ ਕਿਸੇ ਨੇ। ਹਾਂਜੀ ਤੇ ਮੈਂ ਜਦੋਂ ਹਾਊਸ ਖਾਸ, ਬੜਾ ਵੱਡਾ ਸ਼ਹਿਰ ਹੈ, ਹਾਂ। ਮੈਂ ਬਾਹਰ ਨਿਕਲੀ ਤੇ ਸਾਹਮਣੇ ਹੀ ਹਾਊਸ ਖਾਸ ਮੈਟਰੋ ਤੇ, ਤੁਸੀਂ ਬਸ਼ੱਕ ਇੰਡੀਆ ਜਾਓਗੇ ਤੇ ਉਹਨਾਂ ਨੂੰ ਦੇ ਦਿਓ ਇੰਗਲੈਂਡ 'ਚ ਦਾਨ ਇਕੱਠਾ ਕਰਕੇ ਲੰਗਰ ਲਈ ਪੈਸੇ। ਤੇ ਮੈਂ ਚਲੀ ਗਈ ਮੱਥਾ ਟੇਕਣ। ਮੈਂ ਉਹਨਾਂ ਨੂੰ ਨਹੀਂ ਕਿਹਾ ਮੇਰੇ ਨਾਲ ਕੀ ਹੋਇਆ, ਮੇਰਾ ਆਦਮੀ ਮੇਰੇ ਨਾਲ ਸੀ, ਤੇ ਮੈਂ ਮੱਥਾ ਟੇਕ ਕੇ ਬਾਹਰ ਆਈ ਤਾਂ ਕੋਈ ਹਲਵਾ ਨਹੀਂ, ਕੋਈ ਕੜਾਹ ਨਹੀਂ। ਮੈਂ ਡਾਇਬਟੀਜ਼ ਦੀ ਗੋਲੀ ਖਾਣੀ ਸੀ, ਮੈਨੂੰ ਉਹਨਾਂ ਨੇ 2 ਪੈਨੀ ਦੇ ਸਾਈਜ਼ ਦਾ ਪਤਾਸਾ ਦਿੱਤਾ। ਮੈਂ ਬਾਹਰ ਆ ਗਈ, ਮੈਂ ਗੋਲੀ ਖਾਣੀ ਸੀ ਅੰਨ ਦੇ ਨਾਲ, ਲੇਕਿਨ ਮੈਂ ਨਹੀਂ ਕਹਿੰਦੀ ਕਿ ਮੈਨੂੰ ਪਤਾਸਾ ਕਿਉਂ ਦਿੱਤਾ। ਇਹ ਦਾਨ ਵਾਲੀ ਜਗ੍ਹਾ ਆ, ਲੇਕਿਨ ਮੈਨੂੰ ਬੜਾ ਦੁੱਖ ਲੱਗਾ। ਹਾਂ ਵੀ ਲੰਗਰ ਕਿਉਂ ਨਹੀਂ ਇੰਡੀਆ ਇੰਗਲੈਂਡ 'ਚ ਆਉਂ ਰੋਟੀਆਂ ਮਿਲਦੀਆਂ, ਘਰ ਸਾਡੇ ਰੋਟੀਆਂ। ਹਾਂਜੀ ਹਾਂਜੀ ਹਾਂਜੀ। ਅਗਰ ਅਸੀਂ ਗੁਰਦੁਆਰੇ ਦੇ ਵਿੱਚ ਇਹ ਜਿਹੜੇ ਕਾਲਰ ਬੋਲਦੇ ਆ, ਮੁਆਵਜ਼ੇ ਮੰਗਦੇ ਆ, ਸਾਰੇ ਵਿੱਚ ਮੈਨੂੰ ਵੀ ਮਿਲਾ ਲਓ। ਅਸੀਂ ਅਗਰ ਮਿਲ ਕੇ ਉੱਥੇ ਪੈਸਾ ਭੇਜੀਏ ਤੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਲੰਗਰ ਲੱਗ ਜਾਏ,
ਜਿਹੜੇ ਜਿੱਥੇ ਲੰਗਰ ਨਹੀਂ ਚੱਲਦਾ ਹਾਂ, ਮੈਂ ਫਿਰ ਮੰਦਰ ਗਈ ਹਾਊਸ ਖਾਸ ਚ, ਉੱਥੇ ਜਾ ਕੇ ਮੈਂ ਰੋ ਪਈ ਤੇ ਮੈਨੂੰ ਉੱਥੇ ਪੰਡਤ ਰੋਟੀ ਪਾ ਕੇ ਬੈਠਾ ਸੀ, ਉਹਦੇ ਲਈ ਬਣੀ ਹੋਏਗੀ, ਉਹਦੇ ਚ ਪਤੀਲੇ ਚ ਜਿਹੜੀ ਸਬਜ਼ੀ ਰੋਟੀ ਮੈਨੂੰ ਮਿਲੀ, ਮੈਨੂੰ ਪੰਡਤ ਜੀ ਨੇ ਦੇ ਦਿੱਤੀ। ਲੇਕਿਨ ਮੈਂ ਗੁਰਦੁਆਰਿਆਂ ਨੂੰ ਨਹੀਂ ਕਿਹਾ ਕਿ ਮੇਰੇ ਨਾਲ ਕੀ ਬੀਤੀ ਹੈ, ਲੇਕਿਨ ਯੂ ਸ਼ੁਡ ਹੈਵ ਕਿ ਲੰਗਰ, ਗੁਰੂ ਦਾ ਲੰਗਰ ਲੰਡਨ। ਮੈਂ ਸਮਝ ਗਿਆ, ਪਰ ਤੁਸੀਂ ਦੁਬਾਰਾ ਦੱਸੋ ਕਿਹੜੇ ਸ਼ਹਿਰ ਦੀ ਗੱਲ ਇਹ? ਹਾਊਸ ਖਾਸ। ਹਾਊਸ ਖਾਸ ਇਹ ਕਿੱਥੇ ਗਿਆ? ਦਿੱਲੀ ਹਾਊਸ ਖਾਸ ਦੀ। ਅੱਛਾ, ਦਿੱਲੀ ਦੀ, ਇਹ ਦਿੱਲੀ ਸ਼ਹਿਰ ਦੀ ਗੱਲ ਹੈ। ਹਾਂ, ਮੈਟਰੋ ਦੇ ਸਾਹਮਣੇ ਗੁਰਦੁਆਰਾ ਹੈ। ਓਕੇ ਜੀ, ਮੈਂ ਲਿਖ ਲੈਣਾ ਜੀ ਇੱਥੇ। ਪਰ ਜਿਹੜਾ ਹਰ ਵੇਲੇ ਦੂਜੇ ਚੈਨਲ ਜੋ ਮਤਲਬ ਚੱਕੋ ਲੰਗਰ ਚੱਕੋ ਗੁਰੂ ਨੇ ਆ ਗਿਆ, ਗੁਰੂ ਨੇ ਆ ਗਿਆ। ਲੇਕਿਨ ਗਰੀਬ ਦੇਸ਼ ਮੇਰਾ ਇੰਡੀਆ 3rd ਵਰਲਡ ਕੰਟਰੀ ਆ, ਤੁਸੀਂ ਉੱਥੇ ਤਾਂ ਲੰਗਰ ਦੇਣਾ ਸ਼ੁਰੂ ਕਰੋ ਜਿੱਥੇ ਬਾਬਾ ਪੈਦਾ ਹੋਇਆ। ਹਾਂਜੀ, ਨਹੀਂ ਤੁਹਾਡੀ ਸਹੀ ਗੱਲ ਹੈ ਜੀ। ਇੱਕ ਭੈਣ ਜੀ ਮੈਂ ਅਸੀਂ ਠੀਕ ਹੈ ਤੁਹਾਡੀ ਕਾਲ ਵਾਲੀ ਅਸੀਂ ਇੱਥੇ ਦੱਸਦੇ ਹਾਂ, ਭਾਵੇਂ ਜਿੱਦਾਂ ਭੈਣ ਜੀ ਨਾਲ ਇਹ ਗੱਲ ਵਾਪਰੀ ਆ, ਹੋ ਸਕਦਾ ਉਸ ਗੁਰੂ ਘਰ 'ਚ ਉਸ ਟਾਈਮ ਲੰਗਰ ਨਾ ਹੋਏ, ਪਰ ਸਾਡੇ ਇੱਕ ਇਹ ਵੀ ਟਰਡੀਸ਼ਨ ਹੈ ਵੀ ਜਿੱਥੇ ਲੰਗਰ ਨਹੀਂ ਤੁਹਾਨੂੰ ਮਿਲਿਆ, ਤੁਸੀਂ ਉੱਥੇ ਪ੍ਰੀਸਟ ਨੂੰ ਕਹਿ ਸਕਦੇ ਹੋ ਵੀ ਸਾਨੂੰ ਲੰਗਰ ਚਾਹੀਦਾ। ਤੇ ਉਹ ਇੱਥੇ ਜਿਹੜੀਆਂ ਤੁਹਾਡੀਆਂ ਫੜਾਂ ਵੱਜਦੀਆਂ ਲੰਗਰ ਚੱਕੋ ਭੈਣ ਜੀ ਤੁਸੀਂ ਹੁਣ ਗੱਲ ਕਹਿ ਲਈ ਹੈ ਨਾ, ਫੜਾਂ ਨਹੀਂ ਗੀਆਂ, ਇਹ ਫੜਾ ਨਹੀਂ ਗਿਆ। ਤੁਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ, ਔਰ ਲੰਗਰ ਜਿਹੜਾ ਵਾ ਹਰ ਗੁਰਦੁਆਰੇ 'ਚ ਮਿਲਦਾ। ਤੁਹਾਡੇ ਤੁਸੀਂ ਜੋ ਮਰਜ਼ੀ ਕਹੀ ਜਾਓ, ਤੁਹਾਨੂੰ ਇੱਕ ਜਿੱਦਾਂ ਨਾ ਬੰਦੇ ਨੂੰ ਆਦਤ ਹੋ ਜਾਂਦੀ ਆ। ਤੁਸੀਂ ਗੱਲ ਕਰ ਲਈ ਆ, ਤੁਹਾਡੀ ਗੱਲ ਸੁਣ ਲਈ ਆ, ਪਰ ਹੁਣ ਸਾਡੀ ਵੀ ਗੱਲ ਸੁਣ ਲਓ। ਜੋ ਸਾਡੇ ਵੱਸ 'ਚ ਅਸੀਂ ਉਸੇ ਹਿਸਾਬ ਨਾਲ ਗੱਲ ਕਰਾਂਗੇ। ਕੋਈ ਗੁਰਦੁਆਰਾ ਦੁਨੀਆ 'ਚ ਇਦਾਂ ਨਹੀਂ ਗਾ ਜੀ ਜਿੱਥੇ ਲੰਗਰ ਨਹੀਂ ਵੀ ਹੈਗਾ। ਕਈ ਗੁਰਦੁਆਰੇ ਇਦਾਂ ਦੇ ਹੁੰਦੇ ਨੇ ਵੀ ਜਿੱਥੇ ਲੰਗਰ ਨਹੀਂ 24 ਘੰਟੇ ਬਣਦਾ, ਪਰ ਜੇ ਤੁਹਾਨੂੰ ਲੰਗਰ ਦੀ ਲੋੜ ਹੈ, ਤੁਸੀਂ ਉੱਥੋਂ ਦੇ ਪ੍ਰੀਸਟ ਨੂੰ ਕਹਿ ਸਕਦੇ ਹੋ ਭਾਈ ਅਸੀਂ ਲੰਗਰ ਸਾਨੂੰ ਚਾਹੀਦਾ ਤੇ ਤੁਸੀਂ ਸਾਨੂੰ ਬਣਾ ਦਿਓ। ਮੈਂ ਆਪਣੀ ਮਿਸਾਲ ਦਿੰਦਾ ਕਿ ਅਸੀਂ ਸਿੰਗਾਪੁਰ ਗਏ, ਪਹਾੜੀ 'ਤੇ ਗੁਰਦੁਆਰਾ ਜਿਹੜਾ, ਉਹ ਪਹਾੜੀ ਦੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲੰਗਰ ਸਾਰਾ ਦਿਨ ਵਰਤਾਉਂਦੇ ਹੋ? ਉਹ ਕਹਿੰਦੇ ਠੇਕੇਦਾਰ ਜੀ ਆਹ ਚਾਬੀ ਲੈ ਲਓ, ਸਾਰਾ ਸਮਾਨ ਹੈਗਾ ਤੇ ਜਿਹੜੀ ਚੀਜ਼ ਚਾਹੀਦੀ ਆ ਬਣਾ ਲਓ। ਇਸ ਤਰੀਕੇ ਨਾਲ ਗੁਰੂ ਘਰਾਂ 'ਚ ਜਦੋਂ ਤੁਸੀਂ ਕਹਿੰਦੇ ਹੋ ਤਾਂ ਤੁਹਾਨੂੰ ਲੰਗਰ ਤੁਸੀਂ ਆਪ ਵੀ ਬਣਾ ਸਕਦੇ ਹੋ ਤੇ ਮਿਲ ਵੀ ਜਾਂਦਾ। ਹੈਲੋ डॉक्टर मोहम्मद, मैं दोबारा एक जरा जरूरी खबर मैं सुनी है और दसन आया। हाँ जी, मैं खबर सुनी है कि इंडिया की मिस हरनाज संधू 20 साल की उम्र है, चंडीगढ़ की रहने वाली है, तो उन्होंने मिस यूनीवर्स चुनिया गया है। तो बड़ी है मतलब इंडियन लोगों वास्ते बड़ी खुशी की गल है कि पूरे वर्ल्ड मिस यूनीवर्स चुनी गई है। ठीक है जी, थैंक यू जी, ਥੈਂਕ ਯੂ। ਜਿਹੜਾ ਵੀ ਅਸੀਂ ਜਿਹੜੀ ਗੱਲ ਹੁਣ ਕਰ ਰਹੇ ਸੀ ਉਹ ਚਿੱਠੀ ਦੇ ਉੱਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਸੀਂ ਤੁਹਾਨੂੰ ਚਿੱਠੀ ਦਿਖਾਈ ਵੀ ਆ, ਉਹ ਚਿੱਠੀ ਦੇ ਉੱਤੇ ਇੱਕ ਕਲੀਅਰ ਕੱਟ ਲਿਖਿਆ ਉਹਨਾਂ ਨੇ ਵੀ 2 ਹਫ਼ਤੇ ਘੱਟੋ ਘੱਟ ਡੇਟ ਐਂਡ ਨਹੀਂ ਉਹਨਾਂ ਪਾਈ ਵੀ 15ਵਾਂ ਲਿਖਿਆ ਕਿ ਇਸ ਉੱਤੇ ਕਿਸੇ ਗੁਰਦੁਆਰੇ ਦੇ ਵਿੱਚ ਮਠਿਆਈ ਦੀ ਵਰਤੋਂ ਨਾ ਕੀਤੀ ਜਾਵੇ, ਮਠਿਆਈ ਨਾ ਖਾਧੀ ਜਾਵੇ, ਸਰੋਪੇ ਕੋਈ ਆਇਆ ਸੱਜਣ ਉਹਨੂੰ ਨਾ ਦਿੱਤਾ ਜਾਵੇ, ਸੋਗ ਮਨਾਇਆ ਜਾਵੇ। ਹਾਂਜੀ, ਸੋਗ ਨਹੀਂ ਲਿਖਿਆ ਜੀ, ਕਿਤੇ ਸੋਗ ਲਿਖਿਆ ਸੀ। ਹਾਂਜੀ, ਸੋਗ ਨਹੀਂ ਲਿਖਿਆ, ਪਰ ਉਹਨਾਂ ਇਹ ਕਿਹਾ ਵੀ ਉਹ ਸਰੋਪੇ ਨਾ ਦਿੱਤੇ ਜਾਣ। ਤੇ ਇਸ ਕਰਕੇ ਇਹ ਜਿਹੜੀ ਚਿੱਠੀ ਆ ਉਹ ਉਹਨਾਂ ਨੇ ਕਿਹਾ ਵੀ ਲਾਗੂ ਹੋਣੀ ਚਾਹੀਦੀ ਆ, ਪਰ ਉਹ ਇਹ ਚੇਤਾ ਭੁੱਲ ਗਿਆ ਉਹਨਾਂ ਨੂੰ। ਹੈਲੋ, ਵਾਹਿ ਖਾਲਸਾ ਫਤਿਹ ਜੀ। ਮੈਂ ਸੁਰਜੀਤ ਸਿੰਘ ਬੋਲ ਰਿਹਾ। ਬੋਲੋ ਸੁਰਜੀਤ ਸਿੰਘ ਜੀ। ਹਾਂਜੀ, ਜਿੱਦਾਂ ਹੁਣ ਅਸੀਂ ਵੀ ਟੂਰ ਮਾਰਿਆ ਸੀਗਾ ਨਾ ਆਪਣੇ ਇੰਡੀਆ ਦੇ ਵਿੱਚ ਸਾਰੇ, ਤਾਂ ਕਿਉਂਕਿ ਅਸੀਂ ਗੁਰੂ ਧਾਮ ਉੱਤੇ ਮੰਗ ਸਾਰੇ ਦਰਸ਼ਨ ਕੀਤੇ ਸੀਗੇ। ਹਾਂਜੀ ਹਾਂਜੀ, ਤਾਂ ਸਾਨੂੰ ਤਾਂ ਕੋਈ ਦਿੱਕਤ ਨਹੀਂ ਆਈ। ਹਾਂਜੀ, ਅਸੀਂ ਇੱਧਰੋਂ ਮਤਲਬ ਕਿ ਆਗਰੇ ਤੋਂ ਲੈ ਕੇ ਇੱਦਾਂ ਹਿਮਾਚਲ ਤੋਂ ਲੈ ਕੇ ਆਂਧਰਾ ਪ੍ਰਦੇਸ਼, ਆਪਣੇ ਮੱਧ ਪ੍ਰਦੇਸ਼, ਫਿਰ ਇੱਧਰ ਰਾਜਸਥਾਨ, ਗੁਜਰਾਤ, ਹਾਂਜੀ ਹਰਿਆਣਾ, ਸਾਰੇ ਪਾਸੇ ਅਸੀਂ ਟੂਰ ਮਾਰ ਕੇ ਦੇਖਿਆ। ਨਹੀਂ ਹੈ ਨਹੀਂ ਦਿੱਕਤ ਕਿਤੇ ਵੀ ਹੈ, ਤੇ ਹੁਣ ਗੱਲ ਬਣ ਗਈ ਆ। ਅੱਛਾ, ਉਹ ਅਸੀਂ ਜਦੋਂ ਮੰਨ ਕੇ ਇੱਧਰੋਂ ਆਏ ਨਾ, ਆਪਣੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਹੈ ਇੱਧਰ ਗੁਜਰਾਤ 'ਚ ਆ ਜਾਣ ਜੀ। ਹਾਂਜੀ, ਤਾਂ ਉਹ ਦਰਿਆ ਪਾਰ ਕੀਤਾ ਗੁਰੂ ਸਾਹਿਬ ਨੇ, ਹਨਾ। ਤਾਂ ਉਹ ਉੱਥੇ ਅਸੀਂ ਮੰਨ ਕੇ ਬਹੁਤ ਇਤਿਹਾਸਿਕ ਗੁਰਦੁਆਰਾ ਆ, ਹਾਂਜੀ, ਸੂਰਤ ਦੇ ਵਿੱਚ ਆ। ਹਾਂਜੀ, ਉੱਥੇ ਠਹਿਰੇ ਵੀ ਹਾਂ ਅਸੀਂ। ਫਿਰ ਉੱਥੋਂ ਅਸੀਂ ਜਦੋਂ ਚਾਲੇ ਮਾਰੇ ਆਈ ਰਾਜਸਥਾਨ 'ਚ ਆਏ ਹਨਾ, ਤਾਂ ਜਦੋਂ ਅਸੀਂ ਮਲਕਾ ਆਲੇ ਦੁਆਲੇ ਖੇਤ ਸੀਗੇ ਤਾਂ ਅਸੀਂ ਨਿਸ਼ਾਨ ਸਾਹਿਬ ਦੇਖਿਆ ਹਨਾ। ਹਾਂਜੀ,
ਤਾਂ ਉਹ ਜਦੋਂ ਅਸੀਂ ਨਿਸ਼ਾਨ ਸਾਹਿਬ ਦੇਖਿਆ ਤਾਂ ਮੁੰਡੇ ਨੂੰ ਕਿਹਾ ਵੀ ਇੱਧਰ ਗੱਡੀ ਤੁਸੀਂ ਮਰ ਕੇ ਇੱਧਰ ਪਾਰਕ ਕਰੋ ਹਨਾ। ਹਾਂਜੀ। ਤੇ ਜਦ ਉੱਥੇ ਪਹੁੰਚੇ ਮੈਂ ਕਿਹਾ 4:30-5 ਵਜੇ ਸੀ ਇਨ ਦਾ ਮਾਰਨਿੰਗ। ਤਾਂ ਉਹ ਜਾਨੂ ਜਿਹੜੇ ਸੀਗੇ ਰਾਗੀ ਸੀਗੇ ਜਿਹੜੇ ਹੈਗੇ ਉਹ ਮਤਲਬ ਕਿ ਬੱਚਿਆਂ ਨੂੰ ਮਤਲਬ ਕਿ ਚੋਣ ਚੱਲ ਗਏ ਸੀਗੇ। ਤਾਂ ਉਹ ਕਹਿੰਦੇ ਵੀ ਮਤਲਬ ਕਿ ਤੁਸੀਂ ਵੇਟ ਕਰੋ ਹਨਾ ਵੀ ਚਾਹ ਵੀ ਬਣਾਉਂਦੇ ਆ। ਚਾਹ ਬਣਾਈ ਹਨਾ। ਤਾਂ ਫਿਰ ਅਸੀਂ ਕਿਹਾ ਚਲੋ ਹੁਣ ਮਤਲਬ ਕਿ ਗੁਰੂ ਘਰ ਸੀਗਾ ਮੱਥਾ ਟੇਕਿਆ ਹਨਾ। ਤਾਂ ਫਿਰ ਜਦੋਂ ਜਾਣ ਲੱਗੇ ਤਾਂ ਉਹ ਕਹਿੰਦੇ ਵੀ ਤੁਸੀਂ ਲੰਗਰ ਵੀ ਖਾ ਕੇ ਜਾਇਓ, ਤਿਆਰ ਕਰ ਲਓ ਲੰਗਰ। ਹਾਂਜੀ ਅਸੀਂ ਫਿਰ ਉੱਥੇ ਲੰਗਰ ਤਿਆਰ ਕੀਤਾ। ਮਿਸਿਸ ਅਸੀਂ ਸਾਰਿਆਂ ਦੇ ਮਤਲਬ ਕਿ ਲੰਗਰ ਤਿਆਰ ਕੀਤਾ। ਉਹ ਜਦੋਂ ਲੰਗਰ ਤਿਆਰ ਕੀਤਾ ਹੈ ਨਾ, ਜਦੋਂ ਮਤਲਬ ਕਿ ਅਸੀਂ ਤਾਂ ਸਵੇਰੇ ਪਹੁੰਚੇ ਸੀ 4:30 ਵਜੇ ਨਾਲ। ਤਾਂ ਮਤਲਬ ਕਿ ਟਰੱਕ ਵਾਲੇ ਆਉਣ ਲੱਗ ਗਏ ਹਨਾ। ਜਦੋਂ ਮਤਲਬ ਦੇਖਿਆ ਵੀ ਹਨਾ ਗੁਰੂ ਘਰ ਹੈ ਨਾ ਉਹ ਲੰਗਰ ਸ਼ੁਰੂ ਹੋ ਗਿਆ ਉੱਥੋਂ। ਤਾਂ ਇਹ ਬਹੁਤ ਵੱਡੀ ਕਿਰਪਾ ਹੈ ਗੁਰੂ ਦੀ। ਮਤਲਬ ਕਿ ਨਹੀਂ ਸੁਰਜੀਤ ਸਿੰਘ ਜੀ ਵੇਖੋ ਇਹ ਅਸੀਂ ਜੇ ਇਹ ਕਹੀਏ ਗਰੰਟੀ ਵੀ 100% ਗੁਰਦੁਆਰੇ 'ਚ 24 ਆਵਰ ਲੰਗਰ, ਇਹ ਗੱਲ ਨਹੀਂ ਹੈਗੀ। ਪਰ ਜੇ ਤੁਹਾਨੂੰ ਲੰਗਰ ਦੀ ਲੋੜ ਆ ਤੇ ਕੋਈ ਪ੍ਰੀਸਟ ਇਦਾਂ ਦਾ ਨਹੀਂ ਗੁਰਦੁਆਰੇ ਵਿੱਚ, ਕੋਈ ਗ੍ਰੰਥੀ ਇਦਾਂ ਦਾ ਜਿਹੜਾ ਇਹ ਨਾ ਕਹੇ ਵੀ ਤੁਸੀਂ ਲੰਗਰ ਨਾ ਬਣਾਓ। ਉਹ ਆਪ ਵੀ ਤਾਂ ਖਾਂਦੇ ਆ ਨਾ, ਜਿੱਦਾਂ ਤੁਸੀਂ ਆਪ ਬਣਾਇਆ ਇਦਾਂ ਇਹ ਵੀ ਭੈਣ ਜੀ ਕਹਿ ਦਿੰਦੇ ਵੀ ਮੈਂ ਲੰਗਰ ਮੈਨੂੰ ਚਾਹੀਦਾ, ਜੇ ਨਹੀਂ ਹੈਗਾ ਮੈਂ ਬਣਾ ਲਾਂ। ਗੁਰੂ ਘਰ 'ਚ ਹਰ ਚੀਜ਼ ਹੁੰਦੀ ਹੈ। ਗੁਰੂ ਘਰ ਦੇ ਵਿੱਚ ਕੋਈ ਕਿਤੇ ਮਨਾ ਨਹੀਂ ਹੈਗੀ, ਕਿਤੇ ਮਨਾ ਨਹੀਂ ਹੈਗਾ। ਹੁਣ ਤੁਹਾਨੂੰ ਸਾਰੀਆਂ ਸਟੇਟਾਂ ਮੈਂ ਤੁਹਾਨੂੰ ਗਿਣਾਤੀਆਂ। ਠੀਕ ਹੈ। ਪੰਜਾਬ ਤੋਂ ਲੈ ਕੇ ਉਧਰ ਜਿੰਨੀਆਂ ਵੀ ਸਟੇਟਾਂ 'ਚ ਅਸੀਂ ਗਏ ਆ, ਇਤਿਹਾਸਿਕ ਗੁਰਦੁਆਰੇ ਸੀਗੇ ਹਨਾ, ਛੋਟੇ ਛੋਟੇ ਗੁਰਦੁਆਰੇ ਸੀ। ਇੱਕ ਜਗ੍ਹਾ ਤੇ ਆਪਣੇ ਦਮਦਮਾ ਸਾਹਿਬ ਗੁਰਦੁਆਰਾ ਬਣ ਰਿਹਾ ਸੀ ਇੱਥੇ ਆਪਣੇ ਮੱਧ ਪ੍ਰਦੇਸ਼ ਦੇ ਵਿੱਚ। ਹਾਂਜੀ ਬੋਰਨਪੁਰ ਤੋਂ ਉਰੇ ਸੀਗਾ ਹਨਾ। ਹਾਂਜੀ। ਤਾਂ ਅਸੀਂ ਉੱਥੇ ਜਦੋਂ ਠਹਿਰੇ ਆ, ਥੋੜੇ ਜਿਹੇ ਰਾਤ ਨੂੰ ਠਹਿਰ ਗਏ ਤਾਂ ਉੱਥੇ ਸੰਗਤਾਂ ਸੇਵਾ ਕਰ ਰਹੇ, ਗੁਰੂ ਘਰ ਦੀ ਸੇਵਾ ਚੱਲ ਰਹੀ ਸੀ ਉੱਥੇ। ਹਾਂਜੀ। ਤਾਂ ਉੱਥੇ ਜਿਹੜੇ ਮਤਲਬ ਕਿ ਬਾਬੇ ਸੀਗੇ ਉਹਨਾਂ ਨੇ ਮਤਲਬ ਕਿ ਜਦੋਂ ਅਸੀਂ ਫਿਰ ਥੋੜਾ ਜਿਹਾ ਮਤਲਬ ਕਿ ਦਾਨ ਵੀ ਕੀਤਾ ਤਾਂ ਉਹ ਕਹਿੰਦੇ ਵੀ ਤੁਸੀਂ ਲੰਗਰ ਛਕ ਕੇ ਜਾਓ। ਹਾਂਜੀ। ਉਹਨਾਂ ਨੇ ਸਾਨੂੰ ਲੰਗਰ ਛਕਾਇਆ। ਅਸੀਂ ਕਿਹਾ ਵੀ ਅਸੀਂ ਮਤਲਬ ਕਿ ਲੰਗਰ ਪਿੱਛੋਂ ਛਕ ਕੇ ਆਇਆ। ਕਹਿੰਦੇ ਨਹੀਂ ਤੁਸੀਂ ਛਕ ਕੇ ਜਾਓ ਲੰਗਰ। ਹਲੇ ਗੁਰੂ ਘਰ ਤਿਆਰ ਹੋ ਰਿਹਾ ਸੀਗਾ, ਹਲੇ ਦੀਆਂ ਵੀ ਨਹੀਂ ਰੱਖੀਆਂ ਸੀਗੀਆਂ ਉਹਨਾਂ ਨੇ। ਤਾਂ ਉਹ ਚੀਜ਼ ਸਾਨੂੰ ਇੰਨੀ ਚੰਗੀ ਲੱਗੀ। ਉਹਨਾਂ ਨੇ ਸਾਨੂੰ ਲੰਗਰ ਵੀ ਛਕਾਇਆ ਉੱਥੇ ਹਨਾ। ਤਾਂ ਕਾਫੀ ਦੇਰ ਦੀ ਗੱਲ ਆ ਵੈਸੇ, ਹੁਣ ਤਾਂ ਬਣ ਗਿਆ ਹੋਣਾ ਗੁਰੂ ਘਰ, ਕਿਉਂਕਿ ਜਦੋਂ ਇੱਧਰੋਂ ਨੰਦੇੜ ਨੂੰ ਜਾਂਦੀਆਂ ਨਾ, ਇੱਧਰ ਮੱਧ ਪ੍ਰਦੇਸ਼ ਤੋਂ ਸੰਗਤਾਂ ਜਾਂਦੀਆਂ ਤਾਂ ਉੱਥੇ ਮਤਲਬ ਕਿ ਕਹਿੰਦੇ ਵੀ ਉਹ ਸੰਤ ਜਿਹੜੇ ਸੀ ਉਹ ਕਹਿੰਦੇ ਵੀ ਇੱਥੇ ਸੰਗਤਾਂ ਠਹਿਰ ਕੇ ਜਾਊਗੀਆਂ ਹਨਾ। ਇੱਥੇ ਲੰਗਰ ਦਾ ਪ੍ਰਬੰਧ ਹੋਊਗਾ, ਰਹਿਣ ਦਾ ਵੀ ਇੱਥੇ ਵੀ ਪ੍ਰਬੰਧ ਹੋਊਗਾ। ਬਹੁਤ ਕੁਛ ਹੈਗਾ ਇਹਨੂੰ ਮਤਲਬ ਕਿ ਕਿਤੇ ਚਲੋ ਸੌਰੀ ਆ ਵੀ ਮਤਲਬ ਕਿ ਜੇ ਉਹਨਾਂ ਨੂੰ, ਕਿਉਂਕਿ ਦਿੱਲੀ ਦੇ ਵਿੱਚ 400 ਗੁਰਦੁਆਰਾ ਆ। ਹਾਂਜੀ। ਹਾਂ। ਉਹਨਾਂ ਨੂੰ ਸੋਚਣਾ ਚਾਹੀਦਾ 400 ਗੁਰਦੁਆਰੇ ਜੇ ਉੱਥੇ ਨਹੀਂ ਸੀਗਾ ਤਾਂ ਹੋਰ ਕਿਤੇ ਚਲ ਜਾਂਦੇ। ਨਹੀਂ ਪਹਿਲੇ ਬੀਬੀ ਹੋਣਾ ਨੇ ਜੇ ਉਹ ਕਹਿ ਦਿੰਦੇ ਉੱਥੇ ਗ੍ਰੰਥੀ ਨੂੰ ਭਈ ਮੈਨੂੰ ਲੰਗਰ ਚਾਹੀਦਾ, ਉਹ ਇਹ ਜੋ ਕਹਿੰਦੇ ਮੈਨੂੰ 2 ਪੈਨੀ ਜਿੱਡਾ ਪਤਾਸਾ ਦਿੱਤਾ, ਜੇ ਉਹ ਕਹਿ ਦਿੰਦੇ ਵੀ ਮੈਨੂੰ ਲੰਗਰ ਚਾਹੀਦਾ ਤੇ ਫੇਰ ਉਹ ਮਨਾ ਕਰਦੇ, ਫੇਰ ਇਹਨਾਂ ਦਾ ਲਾਮਾ ਦੇਣ ਦਾ ਫਰਜ਼ ਬਣਦਾ ਸੀ। ਨਹੀਂ ਉੱਥੇ ਜਿੱਦਾਂ ਮਤਲਬ ਕਿ ਇਦਾਂ ਦੀ ਨਹੀਂ ਗੱਲ ਹੈਗੀ। ਜੇ ਮਤਲਬ ਕਿ ਗੁਰੂ ਘਰ ਚੋਂ ਨਹੀਂ ਮਿਲਿਆ ਉੱਥੇ, ਚਲੋ ਕੋਈ ਨਹੀਂ, ਗੱਲ ਆਪਾਂ ਸੁਣ ਲਈ ਹੈ। ਸੁਰਜੀਤ ਸਿੰਘ ਜੀ ਚੰਗਾ ਜੀ, ਥੈਂਕ ਯੂ ਸੁਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਓਕੇ ਜੀ, ਥੈਂਕ ਯੂ। ਅੱਛਾ, ਅਸੀਂ ਗੱਲ ਜਿਹੜੀ ਉਹ ਚਿੱਠੀ ਦੀ ਕਰ ਰਹੇ ਸੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕੀਤੀ ਆ ਸਾਰੇ ਦੁਨੀਆ 'ਚ। ਸਭ ਤੋਂ ਪਹਿਲਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਸਿਰਫ ਪੰਜਾਬ ਤੱਕ ਹੀ ਮੇਰੇ ਖਿਆਲ ਬਹੁਤਾ ਸੀਮਤ ਹੈ, ਬਾਹਰ ਦੇ ਦੇਸ਼ਾਂ ਨਾਲ ਬਹੁਤਾ ਗੱਲ ਹੈ ਨਹੀਂ। ਪਰ ਜੇ ਮੰਨ ਵੀ ਲਿਆ ਜਾਵੇ, ਇਹ ਜਿਹੜਾ ਆਦੇਸ਼ ਆ ਇਹ ਪਹਿਲੀ ਵਾਰ ਇੱਦਾਂ ਦਾ ਸੁਣਿਆ, ਤੁਸੀਂ ਮਠਿਆਈ ਨਾ ਖਾਓ, ਮਿੱਠੀ ਚੀਜ਼ ਨਾ ਬਣਾਓ ਔਰ ਤੁਸੀਂ ਸਰੋਪਿਆ ਨਾ ਕਿਸੇ ਨੂੰ ਦਿਓ। ਇਹ ਪਤਾ ਨਹੀਂ ਇਹ ਕਿੱਦਾਂ ਦਾ ਰੋਸ ਆ। ਔਰ ਜਿਹੜਾ ਅੱਜ ਤੋਂ 200-300 ਸਾਲ ਪਹਿਲੇ ਜਦੋਂ ਦਾ ਕੜਾਹ ਪ੍ਰਸ਼ਾਦ ਦੀ ਰੀਤ ਚੱਲੀ ਹੈ, ਉਦੋਂ ਸਭ ਤੋਂ ਵਧੀਆ ਜਿਹੜੀ ਮਠਿਆਈ ਸੀ ਉਹ ਕੜਾਹ ਪ੍ਰਸ਼ਾਦ ਸੀ। ਅੱਜ ਵੀ ਤੁਸੀਂ ਕਈ ਦੇਸ਼ਾਂ 'ਚ ਚੱਲ ਜਾਓ ਅਤੇ ਤੁਹਾਨੂੰ ਉੱਥੇ ਇਹ ਕੜਾਹ ਪ੍ਰਸ਼ਾਦ ਮਿਲਦਾ। ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਬਣਾ ਇਹਨਾਂ ਨੂੰ ਲਾਇਆ ਹੁੰਦਾ ਵੀ ਆ ਲਓ ਜੀ, ਖਾਓ ਜੀ, ਮਠਿਆਈ ਦੇ ਤੌਰ ਦੇ ਉੱਤੇ। ਪਰ ਜੇ ਮਠਿਆਈ ਬੰਦ ਹੈ ਤੇ
ਜਿਹੜਾ ਕੜਾਹ ਪ੍ਰਸ਼ਾਦ ਇਹ ਵੀ ਮਠਿਆਈ ਹੈ ਇੱਕ ਕਿਸਮ ਦੀ। ਹਾਂ, ਪਾਕਿਸਤਾਨ ਵਿੱਚ ਹਲਵੇ ਦੇ ਤੌਰ ਤੇ ਨਾ ਵਰਤਿਆ ਜਾਂਦਾ, ਪਾਕਿਸਤਾਨ 'ਚ ਹਲਵਾ ਵਰਤਿਆ ਜਾਂਦਾ ਔਰ ਹੈ। ਇਹ ਚੀਜ਼ ਬਹੁਤ ਮਸ਼ਹੂਰ ਆ ਮਠਿਆਈ ਦੇ ਖੇਤਰ ਦੇ ਵਿੱਚ। ਹਾਂਜੀ ਔਰ ਮੈਂ ਹੈਰਾਨ ਆ ਵੀ ਇਹ ਜਿਹੜੇ ਆ ਇਤਿਹਾਸਕ ਤੱਥ ਤੋਂ ਸਖਣੇ ਜਿਹੇ ਰਹਿ ਕੇ ਬੰਦੇ ਜੋ ਇੱਦਾਂ ਦੀ ਗੱਲ ਕਰਦੇ ਆ। ਹਾਂਜੀ ਇਹ ਤੇ ਵੈਸੇ ਵੀ ਮੇਰਾ ਵੀ ਸਿੱਖ ਜਿਹੜਾ ਆ ਸ਼ਹੀਦੀ ਹਫਤਾ ਆ ਜਾਂ ਕੋਈ ਵੀ ਆ, ਅਸੀਂ ਐਡੇ ਰੋਸ ਦੇ ਨਾਲ ਤੇ ਟਾਈਮ ਨਹੀਂ ਨਿਗਾਉਂਦੇ। ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰਹਿਣਾ ਨਹੀਂ ਸੰਸਾਰੇ। ਹਾਂਜੀ ਮੇਰੇ ਕਹਿਣ ਦਾ ਮਤਲਬ ਵੀ ਅਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਂਦੇ ਹਾਂ, ਅਰਦਾਸ ਕਰਦੇ ਹਾਂ, ਲੇਕਿਨ ਅਸੀਂ ਉੱਦਾਂ ਦਾ ਰੁਦਨ ਨਹੀਂ ਕਰਦੇ ਜਿਸ ਤਰ੍ਹਾਂ ਦਾ ਆਮ ਸੰਸਾਰ ਕਰਦਾ। ਹੈਲੋ ਹੈਲੋ ਹਲੋ ਵਾਹਿ ਖਾਲਸਾ ਫਤਿਹ ਜੀ। ਖਾਲਸਾ ਫਤਿਹ ਜੀ। ਆਓ ਜੀ ਆਇਆਂ ਨੂੰ। ਕੌਣ ਬੋਲਦੇ ਜੀ? ਮੈਂ ਗੁਰਮੀਤ ਸਿੰਘ ਬੋਲਦਾ ਵਾ ਜੀ। ਹਾਂ ਬੋਲੋ ਸਾਹਿਬ। ਮੀਸੋ ਜੀ ਕੀ ਹਾਲ? ਹਾਂ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਠੀਕ ਹੈ ਜੀ। ਅੱਜ ਇਹਨੇ ਤੁਸੀਂ ਚਿੱਠੀ ਦੀ ਗੱਲ ਕੀਤੀ ਹੈ ਨਾ ਜੀ। ਹਾਂਜੀ ਇਹ ਚਿੱਠੀ ਹੋ ਸਕਦਾ ਇਹਨਾਂ ਨੇ ਹੁਣ ਕੱਢੀ ਹੋਵੇ। ਵੈਸੇ ਜੇ ਤੁਸੀਂ ਨਾ ਉੱਥੇ ਆਪਣੇ ਫਤਿਹਗੜ੍ਹ ਸਰਹੰਦ ਦੇ ਇਲਾਕੇ ਦੇ ਵਿੱਚ ਜਾ ਕੇ ਦੇਖੋ, ਅੱਜ ਕੱਲ੍ਹ ਜੋ ਪਹਿਲਾਂ ਨਾ ਉੱਥੇ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਨਾ ਤਾਂ ਉੱਥੇ ਕੋਈ ਵਿਆਹ ਹੁੰਦਾ, ਹਾਂਜੀ ਨਾ ਹੀ ਕਦੇ ਮਿਠਾਈਆਂ ਹੁੰਦੀਆਂ, ਤੇ ਲੋਕ ਜਿਹੜੇ ਹੈ ਨਾ ਉਹ ਇਸ ਮਹੀਨੇ ਦੇ ਵਿੱਚ ਉਹ ਥੱਲੇ ਸੌਂਦੇ। ਹਾਂਜੀ ਕਿੱਥੇ ਥੱਲੇ ਸੌਂਦੇ ਜੀ? ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਇਹ ਸਰਹੰਦ ਦਾ ਇਲਾਕਾ ਜਿਹੜਾ ਹਾਂ, ਫਤਿਹਗੜ੍ਹ ਸਾਹਿਬ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਕਾਫੀ ਦੇਰ ਹੋ ਗਈ 25 ਸਾਲ ਸਾਨੂੰ ਉਸ ਏਰੀਏ ਦੇ ਸਾਡੇ ਨਾਲ ਨੌਜਵਾਨ ਹੁੰਦੇ ਸੀ ਜਰਮਨ ਦੇ ਵਿੱਚ, ਸਾਨੂੰ ਉਹ ਪੁਰਾਣੀਆਂ ਜਿਹੜੀਆਂ ਗੱਲਾਂ ਉਹ ਦੱਸਦੇ ਹੁੰਦੇ ਸੀ। ਹਾਂਜੀ ਹਨਾ ਬਈ ਉਸ ਇਲਾਕੇ ਵਿੱਚ ਨਾ ਕਦੀ ਇਸ ਮਹੀਨੇ 'ਚ ਕਦੀ ਵਿਆਹ ਹੁੰਦਾ ਸੀ, ਹਾਂਜੀ ਤੇ ਨਾ ਹੀ ਕਦੀ ਮਿਠਾਈਆਂ, ਤੇ ਉਹ ਸੌਂਦੇ ਵੀ ਆਪਣੇ ਬੇਟਾ ਦੇ ਨਹੀਂ ਸੌਂਦੇ, ਥੱਲੇ ਸੌਂਦੇ ਸੀ। ਔਰ ਉਸ ਦੇ ਵਜੋਂ ਵੀ ਇਸ ਕਰਕੇ ਵੀ ਇਸ ਸਰਹੰਦ ਦੇ ਵਿੱਚ ਸਾਡੇ ਗੁਰੂ ਸਾਹਿਬ ਦੇ ਜਿਹੜੇ ਬੱਚੇ ਆ ਹਾਂਜੀ ਉਹ ਛੋਟੇ ਨੀਆਂ ਦੇ ਵਿੱਚੋਂ ਨਾ ਸ਼ਹੀਦੀ ਦਾ ਨਾ ਚਲੇ ਗਏ, ਤੇ ਉਹਨਾਂ ਦੇ ਸੌਣ ਦੇ ਵਿੱਚ। ਤਾਂ ਮੈਂ ਸਿਰਫ ਇਹੀ ਕਹਿੰਦੀ ਕਿ ਮੈਨੂੰ ਨਹੀਂ, ਪਰ ਇਹ ਜਿਹੜਾ ਬਾਣੀ 'ਚ ਲਿਖਿਆ ਜੀ, ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ, ਇਹਦਾ ਕੀ ਮਤਲਬ ਹੈ? ਨਹੀਂ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਰਦਾ ਵੀ ਦੇਖੋ ਤੁਹਾਨੂੰ ਸ਼ਾਇਦ ਇਹ ਪਤਾ ਹੋਏਗਾ, ਰਵਾਇਤ ਜਿਹੜੀ ਆ ਜਿੱਦਾਂ ਮਠਿਆਈਆਂ ਜਾਂ ਮਿੱਠਾ ਨਹੀਂ ਖਾਣਾ, ਇਹਦਾ ਮਤਲਬ ਕੜਾਹ ਪ੍ਰਸ਼ਾਦ ਜਿਹੜਾ ਆ ਉਹ ਵੀ ਬੰਦ ਕਰ ਦੇਣਾ। ਇਹ ਜਿੱਦਾਂ ਜਿਹੜੀ ਚਿੱਠੀ ਆ ਨਾ ਜ਼ਬਾਨੀ ਚਿੱਠੀ, ਨਹੀਂ ਵੈਸੇ ਮੈਂ ਤੁਹਾਨੂੰ ਵੈਸੇ ਨਹੀਂ ਤੁਸੀਂ ਜਿਹੜੀ ਗੱਲ ਕੀਤੀ ਨਾ, ਉਹ ਇੱਕ ਸ਼ਰਧਾ ਦੇ ਤੌਰ ਤੇ ਲੋਕੀ ਸਤਿਕਾਰ ਦੇ ਤੌਰ ਤੇ ਲੈਂਦੇ ਆ। ਹਾਂਜੀ ਅੱਛਾ ਸ਼ਰਧਾ ਦੇ ਤੌਰ ਤੇ ਮੈਂ ਹਾਂ, ਲੇਕਿਨ ਇਹ ਤੇ ਹਦਾਇਤ ਜਿਹੜੀ ਆ ਜਿਹਦਾ ਉਹ ਇਤਿਹਾਸਿਕ ਤੱਤ ਹੀ ਕੋਈ ਨਹੀਂ। ਹਾਂਜੀ ਨਹੀਂ ਉਹ ਮੈਂ ਦੱਸਦਾ ਵੀ ਉੱਥੇ ਜਿਹੜਾ ਉਸ ਇਲਾਕਾ ਨਾ ਉਸ ਏਰੀਆ ਆ, ਮੈਂ ਉਸ ਏਰੀਆ ਦੀ ਗੱਲ ਕਰਦਾ। ਠੀਕ ਹੈ ਜੀ। ਉੱਥੇ ਕੀ ਜਿਹਨੇ ਥੋੜੇ ਬਾਰੇ ਪਤਾ ਨਹੀਂ, ਉਹ ਤਾਂ ਸਮਝਦੇ ਸੀ ਇਹਨਾਂ ਨੇ ਜਿਹੜੇ ਕਹਿੰਦੇ ਸਰੂਪਾਂ ਨੇ ਇਹਨਾਂ ਦੇ ਸਭ ਕੁਝ ਦੇਈ ਤਾਂ ਜਾਂਦੇ ਨਾ। 9 ਨੂੰ ਇਹਨੇ ਚਿੱਠੀ ਲਿਖੀ ਆ, 13 ਨੂੰ ਕਿਸਾਨਾਂ ਨੂੰ ਸਰੂਪੇ ਦੇਣ ਡਏ ਆ ਇਹ। ਹਾਂਜੀ ਇਸ ਕਰਕੇ ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਇਹਨਾਂ ਦੇ ਪੋਲੀਟੀਸ਼ੀਅਨ ਕੋਈ ਪ੍ਰਧਾਨ ਦਾ ਜ਼ਬਾਨੀ ਚਿੱਠੀ ਦਾ ਮਤਲਬ ਕੋਈ ਨਹੀਂ। ਹਾਂ ਕੋਈ ਨਾਲੇ ਦੇਖੋ ਜਦੋਂ ਓਕੇ ਜੀ, ਥੈਂਕ ਯੂ। ਜਦੋਂ ਲਾਹੌਰ ਵਿੱਚ ਜਿਹੜੀਆਂ ਸਿੱਖ ਬੀਬੀਆਂ ਸੀ, ਉਹਨਾਂ ਦੇ ਜੋ ਬੱਚੇ ਟੁਕੜੇ ਕਰਾ ਝੋਲੀਆਂ 'ਚ ਪਵਾਏ, ਉਹਨਾਂ ਨੇ ਰਾਤ ਨੂੰ ਜਦੋਂ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤਾਂ ਉਹਨਾਂ ਨੇ ਨਾਲ ਇਹ ਕਿਹਾ, ਫੇ ਪ੍ਰਮਾਤਮਾ ਤੂੰ ਦਿਨ ਸੁੱਖ ਦਾ ਬਤੀਤ ਕਰਵਾਇਆ ਤੇ ਰਾਤ ਸੁੱਖ ਦੀ ਬਤੀਤ ਕਰਵਾਈ। ਤੇ ਜੇ ਉਹ ਰੋਸ ਦੇ ਨਾਲ ਕਹਿੰਦੀਆਂ ਵੀ ਅਸੀਂ ਰੋਟੀ ਨਹੀਂ ਖਾਣੀ, ਜਾਂ ਰੋਂਦੀਆਂ ਵੈਣ ਪਾਉਂਦੀਆਂ, ਉਹਨਾਂ ਦੇ ਬੱਚੜੇ ਜਿਹੜੇ ਛੋਟੇ ਬੱਚੇ ਉਹਨਾਂ ਦੇ ਗਲਾਂ 'ਚ ਪਾਏ ਸੀ, ਤੇ ਉਹ ਉਹਨਾਂ ਨੇ ਪ੍ਰਮਾਤਮਾ ਦਾ ਫਿਰ ਵੀ ਸ਼ੁਕਰ ਕੀਤਾ ਕਿ ਸਾਡੇ ਬੱਚੇ ਕੌਮ ਲਈ ਸ਼ਹੀਦ ਹੋਏ ਆ। ਸਬਰ ਤੇ ਸਿੱਧਕ ਨਹੀਂ ਨਾ ਛੱਡਿਆ। ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਬਜ਼ੁਰਗ ਸ਼ਹੀਦ ਹੁੰਦੇ ਆ, ਉਹ ਰੋਸ ਨਹੀਂ ਕਰਦੇ। ਰੋਸ ਇਹ ਰੱਬ ਦਾ ਹੁਕਮ ਚੱਲ ਰਿਹਾ, ਰੱਬ ਦੇ ਰਾਜ ਵਿੱਚ ਅਸੀਂ ਰਹਿਣਾ, ਅਕਾਲ ਪੁਰਖ ਨੂੰ ਜੋ ਭਾਉਂਦਾ ਉਹੀ ਹੋਣਾ। ਇਸ ਕਰਕੇ ਜੇ ਇਹ ਇਸ ਤਰੀਕੇ ਨਾਲ ਆਪਾਂ ਸੋਚੀਏ ਤੇ ਫਿਰ ਤਾਂ ਅਸੀਂ ਕੜਾਹ ਪ੍ਰਸ਼ਾਦ ਜੀ ਉਹ ਵੀ ਵਰਤਾਉਣਾ ਛੱਡ ਦਈਏ। ਤੇ ਜਦੋਂ ਗੁਰੂ ਘਰਾਂ ਦੇ ਵਿੱਚ ਜਦੋਂ ਕੋਈ ਚੰਗਾ ਕੰਮ ਕਰਕੇ ਆਉਂਦਾ ਤੇ ਸਰੂਪ ਉਹਨੂੰ ਦਿੱਤਾ ਜਾਂਦਾ ਵਾ। ਉੱਥੇ ਇਹ ਨਹੀਂ ਹੁੰਦਾ ਵੀ ਇਹ ਜਿਹੜਾ ਵਾ ਵੀ ਅੱਜ ਆਹ ਦੇਣਾ ਤੇ ਅੱਜ ਸਰੂਪਾ ਨਾ ਦਿਓ, ਤੇ ਅੱਜ ਆ ਚੰਗਾ ਦੇਣਾ ਅੱਜ ਸਰੂਪਾ ਦੇ ਦਿਓ। ਜਿਹੜਾ ਸਿੱਖ ਇਤਿਹਾਸ ਆ ਇਹ ਬੜਾ ਵਿਲੱਖਣ ਆ। ਸਿੱਖ ਇਤਿਹਾਸ ਵਿੱਚ ਨਾ ਤਾਂ ਬਹੁਤੀ ਕਿਤੇ ਖੁਸ਼ੀ ਮਨਾਈ ਜਾਂਦੀ ਆ ਤੇ ਨਾ ਬਹੁਤੀ ਗਮੀ ਮਨਾਈ ਜਾਂਦੀ ਆ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਪੈਂਦਾ। ਹੈਲੋ ਜੀ। ਹਾਂਜੀ ਵਾਹਿਗੁਰੂ ਖਾਲਸਾ ਦੀ ਫਤਿਹ ਜੀ। ਖਾਲਸਾ ਫਤਿਹ। ਕੌਣ ਬੋਲ ਰਿਹਾ ਜੀ? ਭਰਾਵਾਂ ਨੂੰ ਮੈਂ ਜੀਜੀਤ ਸਿੰਘ ਬੋਲਦੇ ਜੀ। ਬੋਲੋ ਸਾਹਿਬ ਜੀ ਤੁਹਾਡਾ। ਹਾਂ ਜੀ, ਤੁਸੀਂ ਬਹੁਤ ਵਧੀਆ ਲੈ ਕੇ ਆਏ ਆ। ਹਾਂਜੀ। ਤੁਸੀਂ ਗੱਲ ਕਰਨ ਲੱਗੇ ਆ ਕਿ ਨਹੀਂ, ਜਿਹੜਾ ਸ਼੍ਰੋਮਣੀ ਅਕਾਲੀ ਨੇ ਕਿਹਾ ਅਕਾਲੀਆਂ ਨੇ, ਹਾਂਜੀ ਇਹਦਾ ਨਵਾਂ ਪ੍ਰਧਾਨ ਆ, ਨਵੀਆਂ ਰੀਤਾਂ ਰਵਾਤਾਂ ਚਲਾਉਂਗੇ ਇਹ। ਹਾਂਜੀ
ਦੇਖੋ ਇਹ ਤਾਂ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਲਾ ਕੇ ਇਹਨਾਂ ਜਿੰਨਾ ਵੀ ਇਹਨਾਂ ਨੂੰ ਭੰਡੋ ਉਨਾ ਹੀ ਕਰੋ। ਇਹ ਤਾਂ ਹੌਲੀ ਨਾਲ ਨਹੀਂ ਅਸੀਂ ਭੰਡਦੇ ਨਹੀਂ, ਤੱਤ ਸਾਹਮਣੇ ਲਿਆਉਣੇ ਮੈਂ। ਹਾਂਜੀ ਹਾਂ ਇੱਕੋ ਜੀ ਹੋ ਜਾਂਦੀ ਹੈ, ਵਧੀਆ ਕਰਨਾ ਚਾਹੀਦਾ। ਹਾਂਜੀ ਹਾਂਜੀ ਜਿੱਦਾਂ ਇਹ ਕਰਦੇ ਆ ਕਿ ਨਹੀਂ ਆਹ ਨਹੀਂ ਏਦਾਂ ਨਹੀਂ, ਉਹ ਫਲਾਨੀ ਨਹੀਂ, ਧਮਕੜੀ ਨਹੀਂ, ਜੇ ਨਹੀਂ ਉਹ ਨਹੀਂ। ਹਾਂਜੀ ਦੂਰ ਦੇ ਸੁਣਨ ਕੋਈ ਚੱਲਦਾ ਤਾਂ ਹੈ ਨਹੀਂ, ਜਿਹੜੇ ਇੰਨੇ ਸਰੂਪ ਚੋਰੀ ਹੋਏ ਉਹਨਾਂ ਬਾਰੇ ਦੱਸਦੇ ਨਹੀਂ ਕੋਈ ਵੀ ਗੱਲ। ਹਾਂਜੀ ਉਹ ਤਾਂ ਤੇ ਮਿੱਟੀ ਪਾਈ ਜਾਂਦੇ, ਗੋਰਕਾਂ ਖਾਈ ਜਾਂਦੇ ਉਹਦੇ ਬਾਰੇ ਕਰਦੇ ਗੱਲ ਨਹੀਂ ਕਰਦੇ। ਹਾਂਜੀ 22,000 ਏਕੜ ਜ਼ਮੀਨ ਉਹ ਖਾਈ ਜਾਂਦੇ ਆ। ਹੁਣ ਇਹ ਕਹੀ ਜਾਂਦੀ 100 ਸਾਲ ਦੀ ਅਸੀਂ ਮਨਾਉਣ ਲੱਗੇ ਆ, ਇਹ ਕਰ ਲਈਏ। ਇਹ 96 94 ਤਾਂ ਬਣੇ ਆ, ਇਹ ਬਾਅਦ ਜਿੱਦਾਂ ਦੀ ਨਹੀਂ ਪੰਜਾਬੀ ਪਾਰਟੀ ਬਣਾਈ ਆ। ਹਾਂਜੀ ਇਹਨਾਂ ਵਾਸਤੇ ਜ਼ਰੂਰ ਇਹਨਾਂ ਨੂੰ ਨੰਗੇ ਕਰੋ ਜਿੱਦਾਂ ਮਰਜ਼ੀ ਕਰੋ। ਬਹੁਤ ਵਧੀਆ ਪ੍ਰੋਗਰਾਮ ਸਾਡੇ ਦੋਨਾਂ ਭਰਾਵਾਂ ਦਾ। ਥੈਂਕ ਯੂ ਜੀ। ਤੁਹਾਨੂੰ ਚੜ੍ਹਦੀ ਕਲਾ ਰੱਖਿਆ ਜੀ। ਵਾਹਿਗੁਰੂ ਖਾਲਸਾ ਬਹੁਤ ਬਹੁਤ ਧੰਨਵਾਦ ਜੀ। ਇੱਕ ਅਸੀਂ ਗੱਲ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਵੀ ਸਾਲ ਦੇ ਵਿੱਚ 365 ਦਿਨ ਨੇ। 365 ਦਿਨਾਂ 'ਚ ਕੋਈ ਇਹੋ ਜਿਹਾ ਦਿਨ ਨਹੀਂਗਾ ਜਿੱਦਾਂ ਸਿੱਖਾਂ ਦੀ ਸ਼ਹਾਦਤਾਂ ਨਹੀਂ ਹੋਈਆਂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਔਰ ਜਿਹੜਾ ਸਾਡਾ ਵਿਰਸਾ ਆ ਨਾ, ਦੇਖੋ ਆਨੰਦ ਸਾਹਿਬ ਦਾ ਪਾਠ ਜਿਹੜਾ ਨਾ ਸਾਡੇ ਹਰ ਦਿਨ ਦੇ ਉੱਤੇ, ਹਰ ਪ੍ਰੋਗਰਾਮ 'ਤੇ, ਹਰ ਗੁਰਪੁਰਬ 'ਤੇ, ਹਰ ਸ਼ਹੀਦੀ 'ਤੇ ਮੇਰਾ ਵੀ ਆਨੰਦ ਸਾਹਿਬ ਦਾ ਪਾਠ ਅਤੇ ਗ੍ਰਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ, ਇਹ ਦੋ ਚੀਜ਼ਾਂ ਜਿਹੜੀਆਂ ਨਾਲ ਚੱਲਦੀਆਂ। ਹਾਂਜੀ ਲੇਕਿਨ ਮੇਰੇ ਕਹਿਣ ਦਾ ਮਤਲਬ ਵੀ ਜੇ ਇਹ ਸਿੱਖ ਜਦੋਂ ਚਮਕੌਰ ਸਾਹਿਬ ਸ਼ਹੀਦੀਆਂ ਹੋਈਆਂ ਸੀ ਸਾਹਿਬਜ਼ਾਦਿਆਂ ਦੀਆਂ, ਤੇ ਗੁਰੂ ਮਹਾਰਾਜ ਨੇ ਅੰਦਰ ਜਕਾਰੇ ਛੱਡੇ ਸੀ। ਅਤੇ ਫਿਰ ਜੇ ਇਹ ਨਵੇਂ ਬਣੇ ਪ੍ਰਧਾਨ ਨੂੰ ਮੇਰਾ ਸਿੱਖ ਇਤਿਹਾਸ ਦੀ ਵਿਲੱਖਣਤਾ ਦੇ ਨਾਲ ਜੁੜਨਾ ਹੀ ਨਹੀਂ ਆਉਂਦਾ, ਜਾਂ ਉਹ ਇਸ ਅਣਖ ਅਤੇ ਗੈਰਤ ਦੇ ਨਾਲ ਆਪਣੀ ਜ਼ਮੂਰੀ ਨਹੀਂ ਸਮਝਾ ਸਕਦਾ, ਅਤੇ ਲੇਕਿਨ ਉਹਦੇ ਮਨ ਦੇ ਵਿੱਚ ਇਹ ਕਿੱਦਾਂ ਗੱਲ ਆ ਸਕਦੀ? ਜਵਾਨੀ ਜੀ ਸੁਨੇਹਾ ਦੇ ਕੇ ਜੀ, ਮੈਨੂੰ ਤਾਂ ਜਵਾਨੀ ਚਿੱਠੀ ਦਾ ਨਹੀਂ ਪਤਾ ਲੱਗਦਾ। ਪ੍ਰਧਾਨ ਸਾਹਿਬ ਨੇ ਜਵਾਨੀ ਤੌਰ 'ਤੇ ਕਹਿ ਦਿੱਤਾ ਜੀ। ਇਹ ਕਿਹੜੀ ਹਦਾਇਤ ਆ? ਸ਼੍ਰੋਮਣੀ ਕਮੇਟੀ ਦਾ ਲੈਟਰ ਹੈਡ ਆ, ਸਕੱਤਰ ਚਿੱਠੀ ਲਿਖ ਰਿਹਾ ਆ, ਉਹਦਾ ਇਤਿਹਾਸਕ ਤੱਤ ਕੋਈ ਨਹੀਂ, ਉਹਦਾ ਪਿਛੋਕੜ ਕੋਈ ਨਹੀਂ। ਸੰਗਤ ਆਪਣੇ ਤੌਰ 'ਤੇ ਜੋ ਮਰਜ਼ੀ ਕਰੇ, ਜਿਸ ਤਰੀਕੇ ਦੇ ਨਾਲ ਸ਼ਰਧਾ ਦੇ ਤੌਰ 'ਤੇ ਮੱਥਾ ਟੇਕਦੇ ਆ, ਕੋਈ ਕੜਾਹ ਪ੍ਰਸ਼ਾਦ ਦੀ ਦੇਖ ਕਰਾਉਂਦਾ ਦਾ, ਕੋਈ ਮਿਠਾਈ ਦਾ ਡੱਬਾ ਲਿਆਉਂਦਾ। ਲੇਕਿਨ ਮਸਲਾ ਤਾਂ ਇੱਦਾਂ ਨਾ ਵੀ ਇਹ ਵੱਖਰੀ ਗੱਲ ਹੈ, ਸ਼ਹੀਦੀ ਹਫ਼ਤਾ ਆ। ਹਾਂ ਇਹ ਕਹਿਣਾ ਬਣਦਾ ਵੀ ਅੱਜ ਕੱਲ੍ਹ ਇੱਥੇ ਯੂਕੇ ਦੇ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਇੱਥੇ ਮਹੀਨਾ ਜਿਹੜਾ ਆ ਚੱਲ ਰਿਹਾ, ਕ੍ਰਿਸਮਸ ਦਾ ਚੱਲ ਰਿਹਾ, ਸਾਡਾ ਸ਼ਹੀਦੀ ਹਫ਼ਤਾ ਚੱਲ ਰਿਹਾ ਆ। ਇਹ ਤਾਂ ਵਿਲੱਖਣਤਾ ਹੈਗੀ ਆ, ਲੇਕਿਨ ਇੱਦਾਂ ਦਾ ਸੁਨੇਹਾ ਵਿੱਚ ਆ ਕੇ ਤੇ ਮੇਰਾ ਵੀ ਪ੍ਰਧਾਨ ਆਪ ਹੀ ਦੱਸੇ ਵੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਆ ਉਹ ਬੰਦ ਕਰਵਾ ਦਿੱਤੀ ਹੈ ਸ਼੍ਰੋਮਣੀ ਕਮੇਟੀ ਦੀ। ਨਹੀਂ ਜਾਂ ਤੋਂ ਕਹਿੰਦਾ ਵੀ ਉਹ ਕੜਾਹ ਪ੍ਰਸ਼ਾਦ ਦੀ ਲੂਣ ਵਾਲਾ ਬਣਾ ਲਓ ਜੀ, ਜਾਂ ਤੋਂ ਲਾਲ ਕਹਿੰਦਾ ਨਾ ਹਦਾਇਤ ਵੀ ਮਿੱਠਾ ਬੰਦ ਕਰ ਦਿਓ ਜੀ, ਹੁਣ ਲੂਣ ਵਾਲਾ ਕੜਾਹ ਪ੍ਰਸ਼ਾਦ ਬਣਾ ਲਓ। ਪਤਾ ਨਹੀਂ ਇਹਨਾਂ ਦੀ ਮੱਤ ਕਿਹੜੇ ਪਾਸੇ ਆ। ਮੇਰਾ ਖਿਆਲ ਸ਼੍ਰੋਮਣੀ ਕਮੇਟੀ ਨੇ ਜਦੋਂ ਵੀ ਕੋਈ ਹਦਾਇਤਨਾਮਾ ਦੇਣਾ ਨਾ, ਕੋਈ ਨਾ ਕੋਈ ਇੱਦਾਂ ਦੀ ਮੇਰਾ ਵੀ ਇਤਿਹਾਸਕ ਤੱਤ ਤੋਂ ਸੱਖਣੀ ਜੀ ਗੱਲ ਕਰਕੇ ਔਰ ਕੌਮ ਨੂੰ ਦੁਬਦਾ ਵਿੱਚ ਖੜੇ ਕਰ ਦੇਣਾ ਲਿਆ ਕੇ। ਹੁਣ ਸਾਹਿਬਜ਼ਾਦਿਆਂ ਦਾ ਇਤਿਹਾਸ ਆ, ਲੋਕੀ ਪ੍ਰਸੰਗ ਗਾਉਂਦੇ, ਕਵੀਸ਼ਰੀ ਜਥੇ ਲੱਗਦੇ ਆ, ਕੌਮ ਦੇ ਵਿੱਚ ਗੈਰਤ ਦਾ ਇਤਿਹਾਸ ਗਾ ਪੈਦਾ ਹੁੰਦਾ, ਲੋਕੀ ਸੁਣਦੇ ਆ, ਸਾਡੀਆਂ ਆਉਂਦੀਆਂ ਜਿਹੜੀਆਂ ਨਸਲਾਂ ਉਹ ਸੁਣਦੀਆਂ ਆ। ਲੇਕਿਨ ਆਹ ਚੀਜ਼ ਕਦੇ ਨਹੀਂ ਸੀ ਦੇਖੀ ਵੀ ਸਿੱਖਾਂ ਵਾਸਤੇ ਇਹ ਹੈਗਾ ਵੀ ਤੁਸੀਂ ਹੁਣ ਖਾਣ ਪੀਣ ਤੇ ਮਿੱਠਾ ਖਾਣਾ ਬੰਦ ਕਰ ਦਿਓ, ਅਤੇ ਮੇਰਾ ਵੀ ਤਕਰੀਬਨ ਆਹ ਚੀਜ਼ਾਂ ਇੱਦਾਂ ਕਰ ਲਓ। ਜਿਹੜੇ ਇਹ ਦੇਣੇ ਆ ਬਲ ਸਾਹਿਬ, ਇਹ ਤਾਂ ਕਦੀ ਵੀ ਕੋਈ ਸਿੱਖ ਭੁਲਾ ਹੀ ਨਹੀਂ ਸਕਦਾ ਜਿੰਨਾ ਜ਼ੁਲਮ ਸਾਹਿਬਜ਼ਾਦਿਆਂ 'ਤੇ, ਮਾਤਾ ਗੁਜਰੀ 'ਤੇ ਜਾਂ ਵੱਡੇ ਸਾਹਿਬਜ਼ਾਦਿਆਂ 'ਤੇ ਹੋਇਆ, ਇਹਨੂੰ ਕੌਣ ਭੁਲਾ ਸਕਦਾ? ਇਹ ਤਾਂ ਜਿਹੜੀਆਂ ਐਸਜੀਪੀਸੀ ਨੇ ਆਪ ਮੇਰਾ ਵੀ ਇਤਿਹਾਸਕ ਜਿਹੜੀਆਂ ਨਿਸ਼ਾਨੀਆਂ ਆ, ਹੁਣ ਸਰਹੰਦ ਦੀ ਭਾਈ ਸਾਹਿਬ ਗੱਲ ਕਰਦੇ ਸੀ ਅਤੇ ਫਤਿਹਗੜ੍ਹ ਸਾਹਿਬ ਦੀ, ਉੱਥੇ ਮੇਰਾ ਵੀ ਪੱਧਰੇ ਤੌਰ 'ਤੇ ਜਗ੍ਹਾ ਬਣਾਈ ਹੁੰਦੀ ਸੀ ਜਿੱਥੇ ਲਿਖਿਆ ਹੁੰਦਾ ਸੀ ਵੀ ਬੰਦਾ ਬਹਾਦਰ ਸਾਹਿਬ ਨੇ, ਬੰਦਾ ਬਹਾਦਰ ਸਾਹਿਬ ਇੱਥੇ ਤਕਰੀਬਨ 6 ਕਿ 7,000 ਸਿੱਖ, ਉਹ ਪੂਰੀ ਗਿਣਤੀ ਲਿਖੀ 6,700 ਸਮਥਿੰਗ, ਵੀ ਇੰਨੇ ਸਿੰਘਾਂ ਦਾ ਆਪਣੇ ਹੱਥੀਂ ਦੂਜਾ ਇਕੱਠਿਆਂ ਦਾ ਸੰਸਕਾਰ ਕੀਤਾ ਸੀ। ਉਹ ਸਾਰਾ ਕੁਝ ਮਿਟਾ ਕੇ ਇਹਨਾਂ ਨੇ ਉੱਥੇ ਛੋਟਾ ਜਿਹਾ ਗੁਰਦੁਆਰਾ ਬਣਾ ਕੇ ਉਹ ਥੱਲੇ ਲਿਜਾ ਕੇ ਭੋਰਾ ਸਾਹਿਬ ਬਣਾਤਾ ਹੈ ਨਿੱਕਾ ਜਿਹਾ, ਔਰ ਉਸ ਇਤਿਹਾਸ ਤੌਰ 'ਤੇ ਜਿਹੜੀ ਚੀਜ਼ ਦਿਸਦੀ ਸੀ ਉਹਨੂੰ ਬਿਲਕੁਲ ਮਿਟਾ ਦਿੱਤਾ ਇਹਨਾਂ ਨੇ। ਔਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਜਗ੍ਹਾ ਕਿਹੜੀ ਹੈ ਜਿੱਥੇ ਸਾਰੇ 6,000 ਸਿੱਖਾਂ ਦਾ, 6,000 ਤੋਂ ਉੱਤੇ ਸਿੱਖਾਂ ਦਾ ਇਕੱਠਿਆਂ ਦਾ ਸੰਸਕਾਰ ਬੰਦਾ ਬਹਾਦਰ ਨੇ ਆਪਣੇ ਹੱਥੀਂ ਕੀਤਾ ਸੀ। ਔਰ ਉਹ ਲਿਖਿਆ ਵੀ ਜਿਹੜਾ ਆ ਉਹ ਕਿਤੇ ਨਹੀਂ ਨਜ਼ਰ ਆ ਰਿਹਾ। ਔਰ ਇਹ ਆਪਣੀਆਂ ਕਰਤੂਤਾਂ ਜਿਹੜੀਆਂ ਇਤਿਹਾਸ ਨੂੰ ਇੱਦਾਂ ਮਟੇਣ ਦੀਆਂ, ਉਹ ਇਹਨਾਂ ਨੂੰ ਦਿਸਦੀਆਂ ਨਹੀਂ ਗੀਆਂ। ਉੱਥੇ ਕੋਈ ਹਦਾਇਤਨਾਮੇ ਨਹੀਂ ਗੇ। ਅਸੀਂ ਤਾਂ ਇਹ ਕਹਾਂਗੇ ਜੀ, ਕੋਈ ਵੀ ਜਦੋਂ ਤੁਸੀਂ ਇਹੋ ਜਿਹਾ ਰੈਜੂਲੇਸ਼ਨ ਪਾਸ ਕਰਦੇ ਹੋ ਜਾਂ ਲੈਟਰ ਲਿਖਦੇ ਹੋ ਜਾਂ ਹਦਾਇਤ ਕਰਦੇ ਹੋ, ਉਹਦਾ ਪਿਛੋਕੜ ਕੁਝ ਨਾ ਕੁਝ ਜ਼ਰੂਰ ਦੇਖਿਆ ਕਰੋ, ਅਤੇ ਉਹਨੂੰ ਜਾਂ ਤਾਂ ਵਿਸਥਾਰ ਨਾਲ ਸੰਗਤਾਂ ਨੂੰ ਦੱਸੋ, ਅਤੇ ਜਾਂ ਇਹੋ ਜਿਹੀਆਂ ਜਿਹੜੀਆਂ ਜ਼ਬਾਨੀ ਕਲਾਮੀ ਚਿੱਠੀਆਂ ਇਹ ਇਸ਼ੂ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਗਾ। ਇਹਦੇ 'ਤੇ ਜ਼ਰੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਨਵੇਂ ਆਏ ਪ੍ਰਧਾਨ ਨੂੰ ਸੋਚਣਾ ਚਾਹੀਦਾ। ਅੱਜ ਸਾਡਾ ਸਮਾਂ ਤਕਰੀਬਨ ਇੱਥੇ ਸਮਾਪਤ ਹੈ ਜੀ। ਅਸੀਂ ਤੁਹਾਨੂੰ ਮਿਲਾਂਗੇ ਸ਼ੁੱਕਰਵਾਰ, ਫਰਾਈਡੇ 8:30 ਤੋਂ 9:30। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।